ਤੁਸੀਂ ਇੱਕ ਵਾਰੀ ਤੀਰ ਕਮਾਨ ਤੋਂ ਛੱਡ ਦਿੱਤਾ, ਹੁਣ ਉਹ ਵਾਪਸ ਨਹੀਂ ਆ ਸਕਦਾ। ਈਵਨ ਭਗਵਾਨ ਰਾਮ ਆਪ ਵੀ ਉਹ ਛੱਡੇ ਹੋਏ ਤੀਰ ਨੂੰ ਵਾਪਸ ਨਹੀਂ ਲਿਆ ਸਕੇ ਸੀਗੇ। ਨੋਬਡੀ ਕੈਨ ਚੇਂਜ ਯੋਰ ਲਾਈਫ। ਜੇ ਕੋਈ ਕਲੇਮ ਕਰਦਾ ਨਾ ਕਿ ਮੇਰੇ ਕੋਲ ਆ ਜਾਓ ਮੈਂ ਤੁਹਾਡੀ ਸਾਰੀ ਜ਼ਿੰਦਗੀ ਚੇਂਜ ਕਰ ਦੂੰਗਾ, ਉਹ ਸਿਰਫ ਉਹਦਾ ਅਹੰਕਾਰ ਹੈ, ਹੋਰ ਕੁਝ ਨਹੀਂ ਹੈ। ਹਾਂ, ਤੁਸੀਂ ਮਹਾਕਾਲ ਕੋ ਚਲ ਜਾਓ, ਜ਼ਿੰਦਗੀ ਚੇਂਜ ਹੋ ਜਾਏਗੀ। ਉਹ ਇੱਕ ਟੋਟਲੀ ਡਿਫਰੈਂਟ ਪਰਸਪੈਕਟਿਵ ਹੈ। ਅਸੈਂਸ਼ੀਅਲ ਉਹ ਚੀਜ਼ ਹੈ ਜੋ ਹੋਣੀ ਹੀ ਹੋਣੀ ਹੈ। ਤੁਸੀਂ ਲੱਖ ਕਰ ਲਓ, ਤੁਸੀਂ ਚੇਂਜ ਨਹੀਂ ਕਰ ਸਕਦੇ। ਐਗਜ਼ਾਮਪਲ ਲੈ ਲਓ ਡੈਥ। ਡੈਥ ਤਾਂ ਹੋਣੀ ਹੈ, ਤੁਸੀਂ ਵੀ ਜਾਣਾ, ਮੈਂ ਵੀ ਜਾਣਾ, ਜੋ ਵੀ ਮੋਰਟਲ ਹੈ ਉਹਨੇ ਜਾਣਾ ਹੈ, ਉਹ ਅਸੈਂਸ਼ੀਅਲ ਪਾਰਟ ਹੈ। ਅੱਛਾ, ਜਿਹੜਾ ਲੋਕ ਕਹਿੰਦੇ ਆ ਕਰਮਾ, ਮੈਂ ਜੀ ਕਰਮਾਂ 'ਚ ਬਹੁਤ ਵਿਸ਼ਵਾਸ ਰੱਖਦਾ ਹਾਂ ਕਿ ਜੋ ਆਪਾਂ ਕੀਤਾ ਸਾਨੂੰ ਇਸੇ ਜਨਮ 'ਚ ਮਿਲ ਜਾਣਾ ਹੈ। ਇਹ ਕਰਮਾ ਹੁੰਦਾ ਕੀ? ਦੇਖੋ, ਆਗ ਮੇਂ ਹਾਥ ਆਜ ਡਾਲੋਗੇ आज ਜਲੇਗਾ। ਦੂਜੀ ਥਿਊਰੀ ਹੈ ਕਿ ਮੈਂ ਕੁਝ 100 ਸਾਲ ਪਹਿਲੇ ਕੀਤਾ ਸੀ ਤੇ ਅੱਜ ਮੈਂ ਉਹਦਾ ਰਿਜ਼ਲਟ ਭੁਗਤ ਰਿਹਾ। ਬੜੀ ਹੁੰਦਾ ਲਾਈਫ 'ਚ ਆਪਾਂ ਆਪਣੇ ਵੱਲੋਂ ਬੜਾ ਚੰਗਾ ਕੰਮ ਕਰਦੇ ਆ ਪਰ ਉਹਦਾ ਰਿਜ਼ਲਟ ਨੈਗੇਟਿਵ ਮਿਲਦਾ ਹੈ ਨਾ। ਬੜੇ ਲੋਕ ਤੁਹਾਨੂੰ ਆ ਕੇ ਕਹਿੰਦੇ ਹੋਣਗੇ ਯਾਰ ਮੈਂ ਤਾਂ ਜ਼ਿੰਦਗੀ 'ਚ ਇੰਨਾ ਕੁਝ ਚੰਗਾ ਕਰੀ ਜਾਂਦਾ, ਮੇਰੇ ਨਾਲ ਮਾੜਾ ਹੋਈ ਜਾਂਦਾ। ਕਰਮਾ ਇਫੈਕਟ ਕਰਤਾ ਹੈ, ਜੋ ਆਪਨੇ ਕੀਆ ਹੈ ਉਹ ਰਿਟਰਨ ਆਏਗਾ। ਅੱਜ ਤੁਹਾਡੇ ਫਰੈਂਡ ਸ਼੍ਰੀ ਮੁਕੇਸ਼ ਅੰਬਾਨੀ जी बन जान तो कल उन्होंने बेटे का विवाह था है ना, तो वहां आप इनवाइटेड होते हैं। क्या आपकी जिंदगी बदल सकती है? कोई भी बंदा गलत नहीं हुंदा, बस उसका तरीका अलग हुंदा है। पर मैं उन्होंने एक गल पूछूंगा कि असी वी बिलोंग टू सनातन, राइट? ऑफ कोर्स वी बिलोंग टू द वैदिक कल्चर। सर ये तो वैदिक डेट्स ही नहीं है जो आप ले रहे हो। ਨਮਸਕਾਰ, ਤੁਸੀਂ ਵੇਖ ਰਹੇ ਹੋ ਖਬਰਿਸਤਾਨ ਨਿਊਜ਼ ਨੈਟਵਰਕ। ਮੈਂ ਹਾਂ ਆਰਜੇ ਗੈਰੀ ਤੇ ਅੱਜ ਦਾ ਪੋਡਕਾਸਟ ਬਹੁਤ ਖਾਸ ਹੈ। ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਦੇ ਦਿਖਾਈ ਦੇਣਗੇ ਜੋ ਆਮ ਤੌਰ ਤੇ ਸਾਡੇ ਜ਼ਿਹਨ 'ਚ ਆਉਂਦੇ ਆ ਔਰ ਖਾਸ ਤੌਰ ਤੇ ਐਸਟ੍ਰੋਲੋਜੀ ਦੇ ਨਾਲ ਜੁੜੇ ਹੁੰਦੇ ਆ। ਮੇਰੇ ਨਾਲ ਇਸ ਵੇਲੇ ਅਨਮੋਲ ਕਪੂਰ ਮੌਜੂਦ ਨੇ ਜੋ ਕਿ ਐਸਟ੍ਰੋਲੋਜਰ ਨੇ, ਪਿਛਲੇ 10 ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਨੇ, ਸੈਲੀਬ੍ਰਿਟੀ ਐਸਟ੍ਰੋਲੋਜਰ ਨੇ। ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਸ਼੍ਰੀ ਮਹਾਕਾਲ ਤੇ ਖਬਰਿਸਤਾਨ ਨੂੰ ਮੇਰਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਇਨਵਾਈਟ ਕੀਤਾ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਪਾਂ ਅੱਜ ਕੋਸ਼ਿਸ਼ ਕਰਾਂਗੇ ਕਿ ਕੱਢੀਏ। ਮੈਨੂੰ ਤੁਸੀਂ ਪਹਿਲੇ ਸਵਾਲ ਨਹੀਂ ਦੱਸੇ, ਮੈਨੂੰ ਲੱਗਿਆ ਸੀ ਕਿ ਸਕ੍ਰਿਪਟਡ ਹੋਏਗਾ। ਨਹੀਂ, ਇਹ ਬਿਲਕੁਲ ਪੋਡਕਾਸਟ ਕੋਈ ਸਕ੍ਰਿਪਟਡ ਨਹੀਂ ਹੈ। ਮੇਰੇ ਹੱਥ ਦੇ ਵਿੱਚ ਜਿਹੜੇ ਤੁਸੀਂ ਕਿਊ ਕਾਰਡ ਵੀ ਦੇਖ ਰਹੇ ਹੋ, ਸਿਰਫ ਪੁਆਇੰਟਰਸ ਨੋਟ ਆ ਇਹਦੇ ਤੇ। ਸਭ ਤੋਂ ਪਹਿਲਾਂ ਤਾਂ ਇੱਕ ਬੇਸਿਕ ਸਵਾਲ ਇਹ ਆਉਂਦਾ ਹੈ, ਜਦੋਂ ਵੀ ਕੋਈ ਆਮ ਜਨ ਜਿਹੜਾ ਦੁਨੀਆ 'ਚ ਰਹਿੰਦਾ ਹੈ ਉਹਨੂੰ ਕੋਈ ਮੁਸ਼ਕਲ ਆਉਂਦੀ ਹੈ, ਉਹਨੂੰ ਲੱਗਦਾ ਹੈ ਕਿ ਮੈਨੂੰ ਐਸਟ੍ਰੋਲੋਜਰ ਕੋਲ ਜਾਣਾ ਚਾਹੀਦਾ ਹੈ, ਸ਼ਾਇਦ ਮੇਰੇ ਗ੍ਰਹਿ ਚਾਲ ਠੀਕ ਨਹੀਂ ਚੱਲ ਰਹੀ ਜਾਂ ਫਿਰ ਮੇਰੇ ਗ੍ਰਹਿ ਖਰਾਬ ਹੋ ਗਏ ਨੇ ਜਾਂ ਫਿਰ ਮੈਂ ਕੁਛ ਇੱਦਾਂ ਦੇ ਕਰਮ ਕਰ ਬੈਠਾ ਜੋ ਮੈਨੂੰ ਲੱਗਦਾ ਹੈ ਕਿ ਰੈਮੇਡੀਜ਼ ਦੇ ਨਾਲ ਦੂਰ ਹੋ ਸਕਦੇ ਆ। ਬੇਸਿਕ ਸਵਾਲ, ਕੀ ਤੁਸੀਂ ਰੱਬ ਹੁੰਦੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ, ਤੁਸੀਂ ਇੱਕ ਗੱਲ ਆਪਣੇ ਹੀ ਸ਼ਬਦਾਂ ਦੇ ਵਿੱਚ ਤੁਸੀਂ ਇਹਦਾ ਜਵਾਬ ਦੇ ਚੁੱਕੇ ਹੋ। ਤੁਸੀਂ ਇੱਕ ਗੱਲ ਕਹੀ ਕਿ ਆਪਾਂ ਕਰਮ ਕਰ ਚੁੱਕੇ ਹਾਂ ਤੇ ਹੁਣ ਅਸੀਂ ਉਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਪਹਿਲੀ ਗੱਲ ਤਾਂ ਜੋ ਵੀ ਕਰਮ ਤੁਸੀਂ ਕੀਤਾ ਹੈ ਤੁਸੀਂ ਉੱਥੋਂ ਭੱਜ ਨਹੀਂ ਸਕਦੇ। ਤੁਸੀਂ ਲੱਖ ਕੋਸ਼ਿਸ਼ ਕਰ ਲਓ, ਜੋ ਤੁਸੀਂ ਕਰ ਦਿੱਤਾ, ਤੁਸੀਂ ਇੱਕ ਵਾਰੀ ਤੀਰ ਕਮਾਨ ਤੋਂ ਛੱਡ ਦਿੱਤਾ, ਹੁਣ ਉਹ ਵਾਪਸ ਨਹੀਂ ਆ ਸਕਦਾ। ਈਵਨ ਭਗਵਾਨ ਰਾਮ ਆਪ ਵੀ ਉਹ ਛੱਡੇ ਹੋਏ ਤੀਰ ਨੂੰ ਵਾਪਸ ਨਹੀਂ ਲਿਆ ਸਕੇ ਸੀਗੇ। ਜੋ ਵੀ ਕਰਮ ਤੁਸੀਂ ਇੱਕ ਵਾਰੀ ਕਰ ਦਿੱਤਾ ਉਹ ਕਿਤੇ ਨਾ ਕਿਤੇ ਇਫੈਕਟ ਕਰੇਗਾ, ਤੁਹਾਨੂੰ ਰਿਜ਼ਲਟ ਦੇਗਾ। ਦੂਜੀ ਚੀਜ਼, ਕੀ ਅਸੀਂ ਰੱਬ ਹੁੰਨੇ ਆ? ਐਸਾ ਕੁਛ ਨਹੀਂ ਹੈ। ਮੈਂ ਸਭ ਤੋਂ ਪਹਿਲੇ ਜੈ ਸ਼੍ਰੀ ਮਹਾਕਾਲ ਤੋਂ ਕਹਾਣੀ ਸ਼ੁਰੂ ਕੀਤੀ ਜੀ। ਮਹਾਕਾਲ ਰੱਬ ਹੁੰਦੇ ਆ, ਉੱਥੇ ਤੁਸੀਂ ਚਲੇ ਜਾਓ, ਸਭ ਕੁਝ ਹੋ ਜਾਏਗਾ। ਜੇ ਤੁਸੀਂ ਪਰਮਾਤਮਾ ਨਾਲ ਜੁੜੇ ਹੋ, ਜੇ ਤੁਸੀਂ ਦਿਲੋਂ ਪਰਮਾਤਮਾ ਨਾਲ ਜੁੜੇ ਹੋ, ਇੱਕ ਗੱਲ ਮੇਰੇ ਗੁਰੂ ਹਮੇਸ਼ਾ ਕਹਿੰਦੇ ਹੁੰਦੇ ਸੀ, द्रौपदी ਦੀ ਤਰ੍ਹਾਂ ਸਾੜੀ ਛੱਡ ਦੋ, ਕ੍ਰਿਸ਼ਨ ਪਕੜ ਲੈਣਗੇ। ਅੱਛਾ, ਪਰ ਅਸੀਂ ਕੀ ਕਰਦੇ ਹਾਂ? ਅਸੀਂ ਹਲਕਾ ਜਿਹਾ ਪੱਲੂ ਫੜੀ ਰੱਖਦੇ ਹਾਂ। ਸਾਨੂੰ ਲੱਗਦਾ ਵੀ ਹੈ ਯਾਰ ਪਤਾ ਨਹੀਂ ਫੜੂਗੇ ਕਿ ਨਹੀਂ ਫੜੂਗੇ। ਜੇ ਤਾਂ ਤੁਸੀਂ द्रौपदी ਤਰ੍ਹਾਂ ਸਾੜੀ ਛੱਡ ਸਕਦੇ ਹੋ, ਤੁਹਾਨੂੰ ਦੁਨੀਆ ਦੇ ਕਿਸੇ ਡਾਕਟਰ ਕੋਲ, ਦੁਨੀਆ ਦੇ ਕਿਸੇ ਐਸਟ੍ਰੋਲੋਜਰ ਕੋਲ ਜਾਣ ਦੀ ਲੋੜ ਨਹੀਂ ਪਏਗੀ। ਪਰ ਕਿਉਂਕਿ ਹਰ ਬੰਦਾ ਉਹਨਾਂ ਅਧਿਆਤਮਿਕ ਲੈਵਲ ਤੇ ਪਰਮਾਤਮਾ ਨਾਲ ਨਹੀਂ ਜੁੜਿਆ ਹੁੰਦਾ, ਜਿਸ ਕਰਕੇ ਉਹਨੂੰ ਲਾਈਫ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਉਹ ਸੋਲੂਸ਼ਨ ਲੱਭਦਾ ਹੈ। ਉਹ ਸੋਲੂਸ਼ਨ ਡਾਕਟਰ ਕੋਲ ਜਾ ਕੇ ਲੱਭ ਸਕਦਾ ਵੈ, ਉਹੀ ਸੇਮ ਸੋਲੂਸ਼ਨ ਉਹ ਸਾਡੇ ਕੋਲ ਆ ਕੇ ਲੱਭ ਸਕਦਾ ਵੈ। ਜਿਹੜਾ ਫਸਿਆ ਹੁੰਦਾ ਵੈ ਉਹ ਵਕੀਲ ਕੋ ਵੀ ਜਾਂਦਾ, ਉਹ ਡਾਕਟਰ ਕੋ ਵੀ ਜਾਂਦਾ, ਉਹ ਐਸਟ੍ਰੋਲੋਜਰ ਕੋ ਵੀ ਜਾਂਦਾ। ਠੀਕ ਹੈ। ਦੂਜੀ ਚੀਜ਼, ਅਸੀਂ ਰੱਬ ਨਹੀਂ ਹੈਗੇ। ਨੋਬਡੀ ਕੈਨ ਚੇਂਜ ਯੋਰ ਲਾਈਫ। ਜੇ ਕੋਈ ਕਲੇਮ ਕਰਦਾ ਨਾ ਕਿ ਮੇਰੇ ਕੋਲ ਆ ਜਾਓ ਮੈਂ ਤੁਹਾਡੀ ਸਾਰੀ ਜ਼ਿੰਦਗੀ ਚੇਂਜ ਕਰ ਦੂੰਗਾ, ਉਹ ਸਿਰਫ ਉਹਦਾ ਅਹੰਕਾਰ ਹੈ, ਹੋਰ ਕੁਝ ਨਹੀਂ ਹੈ। ਹਾਂ, ਤੁਸੀਂ ਮਹਾਕਾਲ ਕੋ ਚਲ ਜਾਓ, ਜ਼ਿੰਦਗੀ ਚੇਂਜ ਹੋ ਜਾਏਗੀ। ਉਹ ਇੱਕ ਟੋਟਲੀ ਡਿਫਰੈਂਟ ਪਰਸਪੈਕਟਿਵ ਹੈ। ਪਰ ਐਸਟ੍ਰੋਲੋਜੀ ਦੇ ਵਿੱਚ ਨਾ ਸਰ 3 ਪਾਰਟ ਹੁੰਦੇ ਆ। ਅੱਛਾ ਜੀ। ਅਸੈਂਸ਼ੀਅਲ, ਸੈਮੀ ਅਸੈਂਸ਼ੀਅਲ ਤੇ ਨਾਨ ਅਸੈਂਸ਼ੀਅਲ। ਅਸੈਂਸ਼ੀਅਲ ਉਹ ਚੀਜ਼ ਹੈ ਜੋ ਹੋਣੀ ਹੀ ਹੋਣੀ ਹੈ।
ਤੁਸੀਂ ਲੱਖ ਕਰ ਲਓ, ਤੁਸੀਂ ਚੇਂਜ ਨਹੀਂ ਕਰ ਸਕਦੇ। ਐਗਜ਼ਾਮਪਲ ਲੈ ਲਓ ਡੈਥ, ਡੈਥ ਤਾਂ ਹੋਣੀ ਹੈ, ਤੁਸੀਂ ਵੀ ਜਾਣਾ, ਮੈਂ ਵੀ ਜਾਣਾ, ਜੋ ਵੀ ਮੋਰਟਲ ਹੈ ਉਹਨੇ ਜਾਣਾ ਹੈ, ਉਹ ਐਸੈਂਸ਼ੀਅਲ ਪਾਰਟ ਹੈ। ਇਸ ਵਾਸਤੇ ਕੋਈ ਐਸਟ੍ਰੋਲੋਜਰ ਕੋ ਆਏਗਾ, ਉਹ ਤੁਹਾਡੀ ਹੈਲਪ ਨਹੀਂ ਕਰ ਸਕਦਾ। ਦੂਜਾ ਹੈ ਜੀ ਸੈਮੀ ਐਸੈਂਸ਼ੀਅਲ ਪਾਰਟ, ਇਹਦੇ ਚ ਤੁਸੀਂ ਕੁਝ ਨਹੀਂ ਕਰਦੇ ਪਰ ਤੁਸੀਂ ਫਿਰ ਵੀ ਫਸ ਜਾਂਦੇ ਹੋ, ਤੁਸੀਂ ਫਿਰ ਵੀ ਪ੍ਰਭਾਵਿਤ ਹੋ ਜਾਂਦੇ ਹੋ। ਐਗਜ਼ਾਮਪਲ ਲੈ ਲਓ, ਤੁਹਾਡੀ ਕਾਰ ਜਿਹੜੀ ਹੈ ਉਹ ਹਾਈਵੇ ਤੇ ਖੜੀ ਹੈ, ਤੁਸੀਂ ਸਾਈਡ ਤੇ ਇਮਰਜੈਂਸੀ ਲਾਈਟਸ ਔਨ ਕਰਕੇ ਖੜੇ ਹੋ, ਕੋਈ ਆਂਦਾ ਉਹ ਤੁਹਾਡੀ ਕਾਰ ਦੇ ਵਿੱਚ ਆ ਕੇ ਹਿੱਟ ਕਰ ਜਾਂਦਾ, ਤੁਹਾਡਾ ਕੀ ਕਸੂਰ ਹੈ? ਤੁਹਾਡਾ ਕੋਈ ਕਸੂਰ ਨਹੀਂ ਹੈ, ਬਿਲਕੁਲ, ਪਰ ਫਿਰ ਵੀ ਤੁਹਾਡੇ ਨਾਲ ਬੁਰਾ ਹੋਇਆ। ਐਕਚੁਅਲ 'ਚ ਤੁਹਾਡਾ ਕਸੂਰ ਹੈ। ਜੇ ਆਪਾਂ ਇਹਨੂੰ ਹੋਰ ਡੀਪ ਜਾਵਾਂਗੇ ਤੇ ਤੁਹਾਡੇ ਸੰਚਿਤ ਕਰਮਾਂ, ਤੁਹਾਡੇ ਪ੍ਰਾਰਬਧ ਕਰਮਾਂ ਜਿਹੜੇ ਹੈ, ਤੁਹਾਡੇ ਆਗਮੀ ਕਰਮਾਂ ਜਿਹੜੇ ਹੈ, ਉਹ ਉੱਥੇ ਪਿਆ ਵਾ ਪੈਂਡਿੰਗ, ਤੇ ਉਹ ਹੋਇਆ। ਤੀਜਾ ਹੁੰਦਾ ਸਰ ਨਾਨ ਐਸੈਂਸ਼ੀਅਲ ਪਾਰਟ, ਉਸ ਵਾਸਤੇ ਲੋਕੀ ਐਸਟ੍ਰੋਲੋਜਰ ਕੋ ਜਾਂਦੇ ਆ। ਅੱਛਾ, ਉਹ 'ਚ ਕੀ ਹੁੰਦਾ? ਨਾਨ ਐਸੈਂਸ਼ੀਅਲ ਪਾਰਟ ਹੁੰਦਾ ਹੈ ਜਿਹਦੇ ਵਿੱਚ ਸਭ ਕੁਝ ਤੁਹਾਡੇ ਹੱਥ 'ਚ ਹੈ। ਓਕੇ, ਹੁਣ ਲੋਕੀ ਕਹਿੰਦੇ ਕਿੰਨੀ ਕੁ ਫ੍ਰੀ ਵਿਲ ਹੈ ਸਾਡੇ ਹੱਥ 'ਚ, ਤੁਸੀਂ ਸਵੇਰੇ ਜਲਦੀ ਉੱਠ ਸਕਦੇ ਹੋ, ਤੁਹਾਡੇ ਹੱਥ 'ਚ ਹੈ। ਤੁਸੀਂ ਸਪੋਰਟਸ ਖੇਲਣ ਜਾ ਸਕਦੇ ਹੋ, ਤੁਹਾਡੇ ਹੱਥ 'ਚ ਹੈ। ਤੁਸੀਂ ਕਿਸੇ ਨਾਲ ਪੰਗਾ ਨਹੀਂ ਲੈਣਾ, ਤੁਹਾਡੇ ਹੱਥ 'ਚ ਹੈ। ਤੁਹਾਨੂੰ ਪੁਲਿਸ ਨੇ ਰੋਕਿਆ, ਤੁਸੀਂ ਹੱਥ ਜੋੜਨੇ ਹੈ ਕਿ ਤੁਸੀਂ ਕਹਿਣਾ ਤੁਝੇ ਨਹੀਂ ਪਤਾ ਮੇਰਾ ਬਾਪ ਕੌਣ ਹੈ, ਤੁਸੀਂ ਫੋਨ ਤੇ ਗੱਲ ਕਰਾਣੀ ਹੈ, ਤੁਹਾਡੇ ਹੱਥ 'ਚ ਹੈ। ਅੰਡਰਸਟੈਂਡਿੰਗ ਦਾ ਫਲੋ ਆਫ ਯੋਰ ਨੇਚਰ, ਫਲੋ ਆਫ ਯੋਰ ਪਲੈਨਟਸ ਇਜ਼ ਐਸਟ੍ਰੋਲੋਜੀ। ਮੇਰੇ ਕੋਲ ਕੋਈ ਆਂਦਾ, ਮੈਂ ਉਹਨੂੰ ਸਿਰਫ ਉਹਦਾ ਫਲੋ ਸਮਝਾਣਾ ਕਿ ਬਾਈ ਦੇਖ, ਤੇਰੀ ਜਿਹੜੀ ਨਦੀ ਹੈ ਨਾ, ਉਹ ਨਾਰਥ ਤੋਂ ਸਾਊਥ ਬਹਿ ਰਹੀ ਹੈ। ਜੇ ਤੂੰ ਸਾਊਥ ਤੋਂ ਨਾਰਥ ਜਾਣ ਦੀ ਕੋਸ਼ਿਸ਼ ਕਰੇਗਾ, ਨੋ ਡਾਊਟ ਤੂੰ ਤੈਰੇਗਾ, ਪਰ ਕਿੰਨੀ ਦੇਰ? ਤੁਸੀਂ ਬਹਾਵ ਦੇ ਅਗੇਂਸਟ ਕਿੰਨੀ ਦੇਰ ਤੈਰ ਸਕਦੇ ਹੋ? 10 ਮਿੰਟ, 20 ਮਿੰਟ, 10 ਸਾਲ, 20 ਸਾਲ, ਇਵੈਂਚੁਅਲੀ ਤਾਂ ਤੁਸੀਂ ਉੱਥੇ ਡੁੱਬ ਜਾਓਗੇ। ਜੇ ਤੁਹਾਨੂੰ ਤੁਹਾਡਾ ਬਹਾਵ ਪਤਾ ਹੈ ਤੇ ਤੁਸੀਂ ਤੈਰਨਾ ਨਹੀਂ ਹੈ, ਤੁਸੀਂ ਤਰਨਾ ਹੈ, ਔਰ ਤਰ ਕੇ ਤੁਸੀਂ ਆਟੋਮੈਟਿਕਲੀ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਓਗੇ। ਔਰ ਜ਼ਰੂਰੀ ਨਹੀਂ ਹੈ ਕਿ ਡੈਸਟੀਨੇਸ਼ਨ ਤੁਹਾਡੇ ਪਸੰਦ ਦੀ ਹੋਵੇ। ਠੀਕ ਹੈ, ਤੁਸੀਂ ਅਸਤਿਤਵ ਤੋਂ ਵੱਡੇ ਨਹੀਂ ਹੈਗੇ ਜੀ ਕਿ ਮੈਂ ਜੋ ਚਾਹਤਾ ਹੂੰ ਉਹ ਹੋ, ਨਹੀਂ, ਜੋ ਪਰਮਾਤਮਾ ਚਾਹੁੰਦਾ ਹੈ, ਜੋ ਸਿਤਾਰੇ ਚਾਹੁੰਦੇ ਹੈ, ਉਹ ਹੋਵੇ, ਉੱਥੇ ਤੱਕ ਠੀਕ ਹੈ। ਅੱਛਾ, ਜਿਹੜਾ ਲੋਕ ਕਹਿੰਦੇ ਆ ਕਰਮਾ, ਮੈਂ ਜੀ ਕਰਮਾ 'ਚ ਬਹੁਤ ਵਿਸ਼ਵਾਸ ਰੱਖਦਾ ਹਾਂ, ਕਰਮਾ ਵਾਪਸ ਮੁੜ ਕੇ ਆਪਣੇ ਕੋਲ ਆਉਂਦਾ ਹੈ, ਜੋ ਅਸੀਂ ਕੀਤਾ ਜਾਂ ਜੋ ਸਾਡੇ ਬਜ਼ੁਰਗਾਂ ਨੇ ਕੀਤਾ ਉਹ ਮੁੜ ਕੇ ਸਾਡੇ ਮੂਹਰੇ ਆ ਰਿਹਾ ਹੈ, ਜਾਂ ਫਿਰ ਜੋ ਆਪਾਂ ਕਰ ਰਹੇ ਹਾਂ ਉਹ ਅਗਲੀ ਪੀੜ੍ਹੀ ਤੱਕ ਵੀ ਜਾਏਗਾ, ਜਾਂ ਫਿਰ ਹੋ ਸਕਦਾ ਹੈ ਕਿ ਜੋ ਆਪਾਂ ਕੀਤਾ ਸਾਨੂੰ ਇਸੇ ਜਨਮ 'ਚ ਮਿਲ ਜਾਣਾ ਹੈ। ਇਹ ਕਰਮਾ ਹੁੰਦਾ ਕੀ ਹੈ? देखो, आग में हाथ आज डालोगे आज जलेगा, एक तो ये थ्योरी है, ठीक है। ਦੂਜੀ ਥਿਊਰੀ ਹੈ ਕਿ ਮੈਂ ਕੁਝ 100 ਸਾਲ ਪਹਿਲੇ ਕੀਤਾ ਸੀ ਤੇ ਅੱਜ ਮੈਂ ਉਹਦਾ ਰਿਜ਼ਲਟ ਭੁਗਤ ਰਿਹਾ। ਇਹਦੇ ਵਿੱਚ ਬੜੇ ਲੋਕਾਂ ਨੂੰ ਕਨਫਿਊਜ਼ਨ ਹੈ। ਐਕਚੁਅਲੀ ਕਰਮ ਜਿਹੜੇ ਆ ਨਾ, ਉਹ ਇੱਕ ਤਰ੍ਹਾਂ ਦੇ ਨਹੀਂ ਹੈਗੇ। ਕਰਮਾਸ ਦੀ ਟਾਈਪਸ ਹੈ। ਮੈਂ ਤੁਹਾਨੂੰ ਟਰਮਸ ਨਹੀਂ ਯੂਜ਼ ਕਰੂੰਗਾ, ਤੁਹਾਨੂੰ ਆਮ ਭਾਸ਼ਾ 'ਚ ਸੁਣਾਉਂਗਾ, ਸਾਡੇ ਆਡੀਅנס ਆਮ ਭਾਸ਼ਾ ਵਾਲੇ ਆ। ਤੁਸੀਂ ਉਹਨੂੰ ਤੀਰ ਜਿਹਦੇ 'ਚ ਰੱਖਦੇ, ਤਰਕਸ਼ ਜਿਹਨੂੰ ਆਪਾਂ ਕਹਿੰਦੇ ਹਾਂ, ਤੁਸੀਂ ਉਹਨੂੰ ਤਰਕਸ਼ ਤਰ੍ਹਾਂ ਸਮਝੋ। ਇੱਕ ਤਰਕਸ਼ ਹੈ, ਉਹਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੇ ਤੀਰ ਪਏ ਹੈ, ਉਹ ਤੁਹਾਡੇ ਸੰਚਿਤ ਕਰਮ ਹੈ। ਉਹ ਤੁਹਾਡਾ 5 ਕਰੋੜ ਦਾ ਚੈੱਕ ਹੈ। ਉਹ 5 ਕਰੋੜ ਦੇ ਚੈੱਕ 'ਚੋਂ ਤੁਹਾਨੂੰ ਇਸ ਜਨਮ ਦੇ ਵਿੱਚ 1 ਕਰੋੜ, 1.5 ਕਰੋੜ, 2 ਕਰੋੜ ਦਾ ਤੁਹਾਨੂੰ ਇੱਕ ਪੁਆਇੰਟ ਮਿਲ ਗਿਆ ਕਿ ਤੁਸੀਂ ਇਹਨੂੰ ਕੰਪਲੀਟ ਕਰਨਾ ਜੀ ਇਸ ਜਨਮ ਦੇ ਵਿੱਚ। ਉਹ ਤੁਹਾਡਾ ਪ੍ਰਾਰਬਧ ਕਰਮ ਹੈ। ਹੁਣ ਤੁਸੀਂ ਇਹਨੂੰ ਹੋਰ ਤਰੀਕੇ ਨਾਲ ਸਮਝੋ, ਜਿਹੜੇ ਸੰਚਿਤ ਕਰਮ ਹੈ ਨਾ, ਉਹ ਬਹੁਤ ਸਾਰੇ ਕਰਮ ਇਕੱਠੇ ਹੋ ਗਏ। ਹੁਣ ਉਹਦੇ ਵਿੱਚੋਂ ਤੁਸੀਂ ਇੱਕ ਤੀਰ ਇਸ ਜਨਮ 'ਚ ਯੂਜ਼ ਕਰ ਰਹੇ ਹੋ, ਫਿਰ ਤੁਸੀਂ ਉਸ ਤੀਰ ਨੂੰ ਲਗਾ ਲਿਆ। ਹੁਣ ਆ ਗਿਆ ਨਾ ਸਰ ਨਾਨ ਐਸੈਂਸ਼ੀਅਲ ਪਾਰਟ ਆਫ ਐਸਟ੍ਰੋਲੋਜੀ। ਤੁਸੀਂ ਤੀਰ ਲਗਾ ਲਿਆ, ਤੁਹਾਡੇ ਹੱਥ 'ਚ ਤੁਸੀਂ ਛੱਡਣਾ ਕਿ ਨਹੀਂ ਛੱਡਣਾ। ਠੀਕ ਹੈ, ਤੁਹਾਨੂੰ ਪਤਾ ਹੈ ਮੇਰੇ ਇਸ ਕੰਮ ਕਰਨ ਨਾਲ ਇਹ ਬੰਦੇ ਨੂੰ ਹਰਟ ਹੋਣਾ ਵੈ, ਤੁਹਾਨੂੰ ਪਤਾ ਵੈ ਮੇਰੇ ਇਸ ਕੰਮ ਕਰਨ ਨਾਲ ਇਹ ਬੰਦੇ ਦੀ ਜ਼ਿੰਦਗੀ ਸਪੋਇਲ ਹੋਣੀ ਹੈ। ਜੇ ਤਾਂ ਤੁਸੀਂ ਉਹ ਤੀਰ ਲਗਾ ਲਿਆ, ਹਲੇ ਵੀ ਤੁਹਾਡੇ ਕੋਲ ਆਪਸ਼ਨ ਹੈ ਨਾ ਛੱਡਣ ਦੀ। ਵੰਸ ਯੂ ਲੈਫਟ ਇਟ, अब उसे आप नहीं रोक सकते। वो अब उसे लगेगा और उसे इफेक्ट करेगा और आपको भी कहीं ना कहीं इन रिटर्न लेटर इफेक्ट करेगा। ते कर्म बड़े तरह के होंगे हैं। कर्म का सिद्धांत अगर आपको समझना ना, महाभारत के कैरेक्टर हैं भीष्म पितामह। भीष्म पितामह को तीरों की छैया पर लेटना पड़ा था, सबको पता है ना। उन्होंने एक बात कही कि मुझे मेरे 100 जन्म याद है, मैंने कोई ऐसा कर्म नहीं किया कि मुझे तीरों की छैया पर लेटना पड़े जी। और उसी समय उन्हें 101वां जन्म गिना दिया गया कि 101 जन्म पहले तू किसी रास्ते से गुजर रहा था और तूने वहां पर एक सांप जा रहा था, तूने अपने तीर से उस सांप को उठा करके साइड पे फेंक दिया। अपनी तरफ से तूने अच्छा कर्म किया। बड़ी ਹੁੰਦਾ ਲਾਈਫ 'ਚ, ਆਪਾਂ ਆਪਣੇ ਵੱਲੋਂ ਬੜਾ ਚੰਗਾ ਕੰਮ ਕਰਦੇ ਆ ਪਰ ਉਹਦਾ ਰਿਜ਼ਲਟ ਨੈਗੇਟਿਵ ਮਿਲਦਾ ਹੈ ਨਾ। ਲੋਕੀ, ਬੜੇ ਲੋਕ ਤੁਹਾਨੂੰ ਆ ਕੇ ਕਹਿੰਦੇ ਹੋਣਗੇ ਯਾਰ ਮੈਂ ਤਾਂ ਜ਼ਿੰਦਗੀ 'ਚ ਇੰਨਾ ਕੁਝ ਚੰਗਾ ਕਰੀ ਜਾਂਦਾ, ਮੇਰੇ ਨਾਲ ਮਾੜਾ ਹੋਈ ਜਾਂਦਾ। ठीक है, तो वो जो सांप था
ਉਹ ਇੱਕ ਕਿੱਕਰ ਦੇ ਬ੍ਰਿਕਸ਼ ਤੇ ਹੂੰ ਜਾ ਕੇ ਡਿੱਗਿਆ, ਉੱਥੇ ਉਸ ਕੰਡਿਆਂ ਦੇ ਵਿੱਚੋਂ ਫਸ ਗਿਆ, ਉਹ ਨਿਕਲ ਨਹੀਂ ਪਾਇਆ। ਹੂੰ ਔਰ ਜਿੰਨੇ ਦਿਨ ਉਹ ਉਸ ਕਿੱਕਰ ਤੇ ਲਟਕਿਆ ਰਿਹਾ, ਉਹਨੇ ਦਿਨ भीष्म पितामह ਇਸ ਤੀਰਾਂ ਦੀ ਛਈਆਂ ਤੇ लेटे रहे। ਹੂੰ तो कर्मा इफेक्ट करता है, जो आपने किया है वो रिटर्न आएगा, हूँ चाहे छोटी से छोटी चीज हो। और इसका आंसर आप मेरे पास मत ढूंढो सर, मैं बहुत छोटा सा एक अंश हूं इस प्रकृति का, आप भगवत गीता में इसका आंसर ढूंढो। हूँ श्री कृष्ण ने जितना प्यारा कर्मा को एक्सप्लेन किया है वो किसी और ने नहीं किया। ਹੂੰ ਨਹੀਂ, ਜਿਹੜਾ ਆਪਾਂ ਕਰਮਾਂ ਦੀ ਗੱਲ ਕਰਦੇ ਆ, ਇਹ ਰਿਟਰਨ ਕਦੋਂ ਆ, ਕਿਸੇ ਵੀ ਵੇਲੇ ਆ ਸਕਦਾ? हर चीज दी एक टाइमिंग है, ਹੂੰ हर चीज दी एक टाइमिंग है। ਹੂੰ पूर्णिमा टाइम टू टाइम आंदी है, अमावस्या टाइम टू टाइम आंदी है। ਹੂੰ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ प्लान्ड है। ਹੂੰ ਤੁਹਾਨੂੰ लगता है कि अनप्लैंड है? ਹੂੰ मैंने आपको बताया, हाँ, थर्ड पार्ट ऑफ एस्ट्रोलॉजी देखो, नॉन एसेंशियल, वहां अनप्लैंड है, वहां आपके हाथ में है। ਹੂੰ बड़े छोटे छोटे डिसीजन है ਤੁਹਾਡੇ ਹੱਥ 'ਚ, ਹੂੰ ਵੱਡੇ ਵੱਡੇ ਡਿਸੀਜਨ ਤੁਹਾਡੇ ਹੱਥ 'ਚ ਨਹੀਂ ਹੈਗੇ। ਹੂੰ ਤੁਸੀਂ ਇੱਕ ਐਸਟ੍ਰੋਲੋਜਰ ਕੋ ਜਾਣਦੇ ਹੋ, ਐਗਜ਼ਾਮਪਲ ਲੈ ਲਓ, ਤੁਸੀਂ ਇੱਕ 60 ਸਾਲ ਦੇ ਹੋਗੇ, ਤੁਸੀਂ ਇੱਕ ਐਸਟ੍ਰੋਲੋਜਰ ਕੋ ਜਾਣਦੇ ਹੋ, ਉਹ ਤੁਹਾਨੂੰ ਦੱਸਦਾ ਯਾਰ 26 ਸਾਲ ਦੀ ਉਮਰ 'ਚ ਤੁਹਾਡਾ ਵਿਆਹ ਹੋਇਆ ਸੀ। ਹੂੰ ਤੁਸੀਂ ਕਹਿੰਦੇ ਹੋ ਹਾਂਜੀ ਹੋਇਆ ਸੀ। ਹੂੰ ਉਹ ਕਹਿੰਦਾ ਯਾਰ 28 ਸਾਲ ਦੀ ਉਮਰ 'ਚ ਤੁਹਾਡਾ ਐਕਸੀਡੈਂਟ ਵੀ ਹੋਇਆ ਹੋਵੇਗਾ। ਹੂੰ ਹਾਂਜੀ ਹੋਇਆ ਸੀ ਜੀ। ਹੂੰ ਅੱਛਾ, ਤੇ 30 ਸਾਲ 'ਚ ਤੁਹਾਡੇ ਬੱਚੇ ਹੋ ਗਏ ਸੀ। ਹੂੰ ਹਾਂਜੀ ਹੋ ਗਏ ਸੀ। 47 48 ਸਾਲ 'ਚ ਤੁਹਾਡੇ ਮਾਤਾ ਜੀ ਬਿਮਾਰ ਹੋਏ ਹੋਣਗੇ। ਹੂੰ ਕਹੇਗਾ ਹਾਂਜੀ ਹੋਇਆ ਸੀ। ਹੂੰ ਜੇ ਕੋਈ ਪਾਸਟ ਇਵੈਂਟਸ ਇੰਨੇ ਐਕੂਰੇਟਲੀ ਦੱਸ ਰਿਹਾ, ਇਹਦਾ ਮਤਲਬ ਉਹ ਪਲਾਨਡ ਸੀਗੇ। ਹੂੰ ਤੇ ਪਤਾ ਕਿਵੇਂ ਲੱਗ ਜਾਂਦਾ ਤੁਹਾਨੂੰ ਇਹ? सर यही तो साइंस है, यही हमारी स्टडी है। हूँ इसी को पढ़ना है कि कौन से ग्रह के समय पर कौन सी चीज हो सकती है। ਅੱਛਾ, ਇੱਥੇ ਇੱਕ ਸਵਾਲ ਆਂਦਾ ਹੈ, ਐਸਟ੍ਰੋਲੋਜਰ ਜਾਂ ਫਿਰ ਜੇ ਆਪਾਂ ਗੱਲ ਕਰੀਏ ਪੰਡਿਤ ਜੀ, ਜੋਤਿਸ਼ੀ, ਆਪਾਂ ਜੇ ਡਿਟੇਲ 'ਚ ਜਾਣਦੇ ਆ ਤਾਂ ਬਹੁਤ ਸਾਰਿਆਂ ਦੇ ਹੱਥਾਂ ਦੇ ਵਿੱਚ ਰਿੰਗਸ ਪਵਾਈਆਂ ਜਾਂਦੀਆਂ, बिल्कुल ਤੁਹਾਡੇ ਆਪ ਦੇ ਹੱਥ ਦੇ ਵਿੱਚ ਵੀ ਹੈ, बिल्कुल। ਠੀਕ ਹੈ। ਇਹ ਕੀ ਇੱਕ ਰਿੰਗ ਪਾਉਣ ਦੇ ਨਾਲ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ? ਸਰ ਇੱਕ ਰਾਈਟ ਕਨੈਕਸ਼ਨ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਕਹਿ ਸਕਦੇ ਹਾਂ। ਅੱਜ ਤੁਹਾਡੇ ਫਰੈਂਡ ਸ਼੍ਰੀ ਮੁਕੇਸ਼ ਅੰਬਾਨੀ ਜੀ ਬਣ ਜਾਣ, ਕੀ ਜ਼ਿੰਦਗੀ ਬਦਲ ਸਕਦੀ ਸੀ? ਲਾਈਫ ਸਟਾਈਲ ਚੇਂਜ ਹੁੰਦਾ ਥੋੜਾ ਨਹੀਂ, ਜਿਹਾ। ਤੁਹਾਡੀ ਜ਼ਿੰਦਗੀ ਬਦਲ ਸਕਦੀ ਸੀ। ਤੁਹਾਨੂੰ ਨਹੀਂ। ਲੱਖ ਤਰ੍ਹਾਂ ਦੇ ਲੋਕ ਮਿਲਣੇ ਸੀਗੇ। ਹਾਂ, ਕੀ ਪਤਾ ਉਹ ਲੱਖ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਉਹ ਤੁਹਾਨੂੰ ਬਿਜ਼ਨਸ ਓਪਰਚੁਨਿਟੀ ਦੇ ਦਿੰਦੇ। ਯੈਸ, ਜਸਟ ਵਿਦ ਵਨ ਰਾਈਟ ਕਨੈਕਸ਼ਨ ਯੋਰ ਲਾਈਫ ਕੈਨ ਚੇਂਜ। ਓਕੇ। If you are roaming with 5 billion years, you will be the sixth one. ਹੂੰ I'm not saying this. This is basic psychology saying it. If you are living with 5 broke people, you will be the sixth one. ਹੂੰ And if you are living with 5 billion years, you will be the sixth one. Because उनकी vibrations आपको इफेक्ट करती हैं. ਓਕੇ। एक right connection आपकी सारी जिंदगी बदल देता है. ਹੂੰ ये right connections है. ਓਕੇ। ये right frequencies है. ਜੇ ਤੁਸੀਂ ਉਸ right frequency ਨਾਲ ਮੈਚ ਕਰ ਲੈਂਦੇ ਹੋ, ਤੁਹਾਡੀ ਲਾਈਫ ਚੇਂਜ ਹੋ ਸਕਦੀ ਹੈ। ਓਕੇ। मैं नहीं कह रहा होएगी, ਹੂੰ हो सकती है। ਹੂੰ इट इज लाइक एक चीज का दूसरी चीज पर प्रभाव। ਹੂੰ आपने एक सवाल बड़ा इंपॉर्टेंट मिस किया जो पूछना चाहिए था कि हम्म। एस्ट्रोलॉजी है क्या। ਮੈਂ ਆ ਲੱਗਾ ਸੀ ਉਸੇ ਪੁਆਇੰਟ ਤੇ है ना? ਕਿ ਇਹ ਤੁਹਾਡੇ ਕੋਲ ਕੋਈ ਪਾਵਰ ਹੁੰਦੀ ਹੈ। हाँ, एस्ट्रोलॉजी है क्या, ज्योतिष चीज की है। ਹੂੰ भी ਆਪਾਂ ਗੱਲ ਕਰ ਰਹੇ ਹਾਂ ਜੀ ਐਸਟ੍ਰੋਲੋਜਰ ਕੋ ਚਲੇ ਗਏ, ਉਹ ਕਿੱਦਾਂ ਰੀਡ ਕਰ ਰਿਹਾ, ਵਾਟ ਇਜ਼ एस्ट्रोलॉजी। ਹੂੰ ਕੀ ਤੁਹਾਡੇ ਕੋਲ ਪਾਵਰ ਹੁੰਦੀ ਹੈ? कोई पावर नहीं होती सर। ਹੂੰ एस्ट्रोलॉजी सिर्फ एक चीज का दूसरी चीज पर प्रभाव है। ਓਕੇ। आप मेरे साथ बैठे हो, मेरी एनर्जीज आपको इफेक्ट कर रही हैं, आपकी एनर्जीज मेरे को इफेक्ट कर रही हैं। ਰਾਈਟ। आप एक गूगल पर जाइएगा, आज ऑडियंस ਨੂੰ ਵੀ ਮੈਂ ਕਹੂੰਗਾ गूगल ਤੇ ਜਾਓ ਤੇ ਸਰਚ ਕਰੋ ਪੀਪਲ ਰਿਟਰਨਿੰਗ ਫਰੋਮ ਵਾਰ ਐਂਡ ਹਾਊ देयर ਲਾਈਫ ਚੇਂਜਡ। ਅੱਛਾ। ਜਿਹੜੇ ਲੋਕ ਵਾਰਸ ਚ ਗਏ, ਹੂੰ ਉਹਨਾਂ ਦੀ ਲਾਈਫ ਕਿੱਦਾਂ ਚੇਂਜ ਹੋਈ, ਹੂੰ ਉਹਨਾਂ ਦੀ ਏਜ ਇੱਕਦਮ ਕਿੱਦਾਂ ਵੱਧ ਗਈ, ਉਹ ਇੱਕਦਮ ਕਿੰਨੇ ਅਨਐਕਸਪ੍ਰੈਸਿਵ, ਕਿੰਨੇ ਅਨਇਮੋਸ਼ਨਲ, ਕਿੰਨੇ ਰਿਜਿਡ ਪਰਸਨੈਲਿਟੀਜ਼ ਬਣ ਗਏ, ਕਿੱਦਾਂ ਬਣ ਗਏ? ਹੂੰ ਕਿਉਂਕਿ ਇੱਕ এনवायरमेंट ਨੇ ਉਹਨਾਂ ਨੂੰ ਇਫੈਕਟ ਕੀਤਾ। ਹੂੰ ਜੇ ਮੈਂ ਤੁਹਾਨੂੰ ਅੱਜ ਕਵਾਂਗੀ ਯਾਰ ਤੁਸੀਂ ਜਾ ਕੇ ਸਲੌਟਰ ਹਾਊਸ ਚ ਰਹੋ 1 ਮਹੀਨੇ ਵਾਸਤੇ, ਤੁਸੀਂ ਉਸ ਸਲੌਟਰ ਹਾਊਸ ਤੋਂ ਬਾਹਰ ਨਹੀਂ ਆ ਸਕਦੇ। 1 ਮਹੀਨਾ ਤੁਸੀਂ ਉੱਥੇ ਹੀ ਰਹਿਣਾ। ਹੂੰ ਤੁਸੀਂ ਜੀਵ ਕੱਟਦੇ ਦੇਖਣੇ ਐ, ਸਕਿਨ ਨੂੰ ਬੋਨ ਤੋਂ ਅਲੱਗ ਹੁੰਦੇ ਦੇਖਣਾ ਹੈ, ਹਰ ਪਾਸੇ ਬਲੱਡ ਹੀ ਬਲੱਡ ਹੋਏਗਾ, ਤੁਸੀਂ ਬਾਹਰ ਨਹੀਂ ਆ ਸਕਦੇ। ਤੁਹਾਨੂੰ ਲੱਗਦਾ ਤੁਸੀਂ 1 ਮਹੀਨੇ ਬਾਅਦ ਸੇਮ ਪਰਸਨ ਹੋਵੋਗੇ? ਨੋ, ਨਹੀਂ ਹੋਵੋਗੇ। ਕਿਉਂ ਨਹੀਂ ਹੋਵੋਗੇ? ਮੈਂ এনवायरमेंट ਦੇ ਵਿੱਚ ਢਲ ਜਾਊਂਗਾ। ਐਗਜ਼ੈਕਟਲੀ। ਇਹ ਅਸੀਂ ਬਹੁਤ ਛੋਟੇ ਲੈਵਲ ਦੇ এনवायरमेंट ਦੀ ਗੱਲ ਕੀਤੀ, ਹੁਣ ਅਸੀਂ ਥੋੜੇ ਵੱਡੇ ਲੈਵਲ ਦੇ এনवायरमेंट ਤੇ ਆ ਜਾਂਦੇ ਹਾਂ। ਅਰਥ ਹੈ, ਅਰਥ ਦਾ ਇੱਕ এনवायरमेंट ਹੈ। ਕੌਣ ਹੈ ਜੀ ਅਰਥ ਦਾ এনवायरमेंट? ਅਰਥ ਦੇ ਕੋਲ ਮੂਨ ਹੈ, ਅਰਥ ਦੇ ਕੋਲ ਮਾਰਸ ਹੈ, ਸੈਟਰਨ ਹੈ, ਜੁਪੀਟਰ ਹੈ, ਬਹੁਤ ਸਾਰੀਆਂ એનર્ਜੀਜ਼ ਹੈ ਜਿਹੜੀਆਂ ਅਰਥ ਦੇ ਆਸ-ਪਾਸ ਹੈਗੀਆਂ ਜੀ। ਤੇ ਉਹ ਆਸ-ਪਾਸ ਵਾਲੀਆਂ એનર્ਜੀਆਂ ਅਰਥ ਨੂੰ ਇਫੈਕਟ ਕਰ ਰਹੀਆਂ। ਜੋ ਵੀ ਅਰਥ ਨੂੰ ਇਫੈਕਟ ਕਰ ਰਿਹਾ ਉਹ ਤੁਹਾਨੂੰ 100% ਇਫੈਕਟ ਕਰ ਰਿਹਾ। ਫੋਰ ਐਗਜ਼ਾਮਪਲ ਤੁਸੀਂ ਦਵਾਈ ਲੈਂਦੇ ਹੋ, ਤੁਸੀਂ ਦਵਾਈ ਲਿੱਤੀ, ਹੁਣ ਉਹ ਦਵਾਈ ਤੁਹਾਨੂੰ ਇਫੈਕਟ ਨਹੀਂ ਕਰ ਰਹੀ, ਉਹ ਤੁਹਾਡੇ ਅੰਦਰ ਬੈਠੇ ਕੱਲੇ-ਕੱਲੇ ਸੈੱਲ ਨੂੰ ਇਫੈਕਟ ਕਰ ਰਹੀ ਹੈ। ਓਕੇ।
ਐਸੇ ਤਰ੍ਹਾਂ ਨਾਲ ਅਰਥ ਦਾ এনवायरमेंट ਅਰਥ ਦੇ ਅੰਦਰ ਬੈਠੇ ਕੱਲੇ ਸੈੱਲ ਨੂੰ ਜੋ ਕਿ ਤੁਸੀਂ ਉਹਦਾ ਇੱਕ ਪਾਰਟ ਹੋ ਉਹ ਤੁਹਾਨੂੰ ਇਫੈਕਟ ਕਰ ਰਿਹਾ ਨਹੀਂ ਮੇਰਾ ਸਵਾਲ ਹਾਲੇ ਵੀ ਉਹੀ ਹੈ ਐਸਟ੍ਰੋਲੋਜਰ ਸਟੱਡੀ ਕਿਵੇਂ ਕਰ ਲੈਂਦੇ ਕਿਹੜੇ ਫੈਕਟਰਾਂ ਤੇ ਤੁਸੀਂ ਕੰਮ ਕਰਦੇ ਹੋ ਕਿ ਲੋਕ ਤੁਹਾਡੇ ਕੋਲ ਆਉਂਦੇ ਆ और लोगों को हल भी मिलता दिखाई देता है। मैं आपको एक बात बताता हूँ आपने ताजमहल देखा है कौन से कलर का ताजमहल है वाइट ताजमहल के बिल्कुल सामने एक काले रंग की दीवार है देखिए कहते हैं कि वहां ताजमहल था कुछ लोग कहते हैं कि वहां ताजमहल बन रहा था अच्छा कि जो शाहजहां थे वो अपने लिए ब्लैक ताजमहल बना रहे थे कुछ लोगों की ये थ्योरी है कुछ लोगों की थ्योरी है कि वो पूरा महल हुआ करता था और वो ढल गया टूट गया खत्म हो गया हुण हुंदा की है सर हजारां सालां बाद कहना मुश्किल है कि वो बनदी हुई दीवार सी या वो टलिया होया महल सी ओके यही एस्ट्रोलॉजी है सर हमारे पास आज ना 1% है ये कंप्लीट साइंस थी इट वाज अ कंप्लीट इवॉल्व्ड साइंस जो हमारी आज की सोच से परे है और मेरे पास लाख प्रूफ्स हैं सर इस चीज के ओके सिंपल है नारद टेलीपोर्ट करते थे कि नहीं करते थे कैसे करते थे साइंस रावण के पास वो था वाहन था जो उड़ता था इतने हजारों साल पहले था पॉसिबिलिटी थी आज हम वेपन को जेब में रखते हैं किसी टाइम पर आंखें बंद करते थे हाथ में तीर आ जाता था कैसे आता था हम बहुत ज्यादा इवॉल्व्ड थे ਅੱਜ ਤੇ ਆਪਾਂ ਬਹੁਤ ਪਿੱਛੇ ਰਹਿ ਗਏ ਸਰ आज दी साइंस वो पुरानी साइंस नु अंडरस्टैंड नहीं कर सकती और पुरानी चीज अब आप पूछ रहे हो कि हम लोग डिकोड कैसे करते हैं हम लोग कुछ डिकोड नहीं करते सर हमारी अपनी कोई पढ़ाई नहीं है मतलब ਤੁਸੀਂ कह लो कि मैं कोई ਅੱਖਾਂ ਬੰਦ ਕਰਦਾ ਤੇ ਮੈਨੂੰ ਕਿਸੇ ਬਾਰੇ ਸਭ कुछ पता चल जाता ऐसा नहीं है इट इज अ लैंग्वेज फॉर एग्जाम्पल यहाँ पर ये कौन सी लैंग्वेज लिखी है इंग्लिश आप इंग्लिश पढ़ सकते हो इसलिए आप इंग्लिश बोल रहे हो आप इंग्लिश पढ़ रहे हो इंग्लिश बोल रहे हो ऐसे तरह मैं एस्ट्रोलॉजी पढ़दा ते मैं एस्ट्रोलॉजी बोलदा वो लैंग्वेज है इट इज द लैंग्वेज ऑफ स्टार्स प्रकृति की एक लैंग्वेज है मुझे पता है कि कितने डिग्री का सूर्य कौन सा सूर्य है एक सूर्य नहीं है 12 सूर्य हैं अगर आप थोड़ा डिटेल में पढ़ो एक सूर्य नहीं है 12 सूर्य हैं जब सूर्य ने जन्म लिया था तो सूर्य को हाथ में लेते ही वो 12 में डिवाइड हो गए थे उनको हम द्वादित्याज कहते हैं द्वादश आदित्य जो हैं 12 आदित्य हैं उसमें से 4 का नाम जो है वो भगवान ब्रह्मा ने रखा 4 का नाम भगवान विष्णु ने रखा और 4 का नाम भगवान शिव ने रखा और हर एक सूर्य अलग रिजल्ट देता है ओके ਇਸੇ ਕਰਕੇ ਤਾਂ ਜ਼ੋਡੀਐਕ ਸਾਈਨਸ ਬਣੇ ਤੁਸੀਂ ਆਪਣੇ ਆਪ ਨੂੰ ਏਰੀਜ਼ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਸਕਾਰਪੀਓ ਕਹਿੰਦੇ ਹੋ ਇਹ 12 ਅਲੱਗ-ਅਲੱਗ ਤਰ੍ਹਾਂ ਦੇ ਸੂਰਜ ਹੈ ਔਰ ਮੈਨੂੰ ਸਿਰਫ ਭਾਸ਼ਾ ਆਂਦੀ ਹੈ ਉਸ ਸੂਰਜ ਨਾਲ ਗੱਲ ਕਰਨ ਦੀ ਉਸ ਸੂਰਜ ਨੂੰ ਸਮਝਣ ਦੀ ਜਿਹਦਾ ਸੂਰਜ ਏਰੀਜ਼ ਦਾ ਹੈ ਮੈਨੂੰ ਪਤਾ ਹੈ ਆਰਿਆਮਨ ਹੈ ਮੈਂ ਉਹਨੂੰ ਸਿੰਪਲ ਗੱਲ ਕਹੂੰਗਾ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਕ੍ਰਿਸ਼ਨ ਵੀ ਹੋ ਸਕਦੇ ਹੋ ਔਰ ਤੁਸੀਂ ਕਿਸੇ ਦੇ ਜ਼ਿੰਦਗੀ ਦੇ ਸ਼ਕੁਨੀ ਵੀ ਹੋ ਸਕਦੇ ਹੋ ਓਕੇ ਬਿਕਾਜ਼ ਆਰਿਆਮਨ ਇਜ਼ ਦਾ ਐਡਵਾਈਜ਼ਰ ਐਸੇ ਤਰ੍ਹਾਂ ਜਿਹੜਾ ਕਰਕ ਦਾ ਸੂਰਜ ਹੈ ਜਿਹਨੂੰ ਆਪਾਂ 4th ਸਾਈਨ ਕਹਿੰਦੇ ਜਿਹੜੇ ਆਪਣੇ ਆਪ ਨੂੰ ਕੈਂਸਰ ਕਹਿੰਦੇ ਆ ਕਿ ਮੈਂ ਕੈਂਸਰ ਹਾਂ ਕਿਉਂਕਿ ਉਹਨਾਂ ਦਾ ਜਨਮ ਉਦੋਂ ਹੋਇਆ ਜਦੋਂ ਸੂਰਜ ਕੈਂਸਰ ਸਾਈਨ ਚ ਸੀ हालांकि दिस इज नॉट हाउ वैदिक एस्ट्रोलॉजी वर्क्स बट बिकॉज यू आर आस्किंग आई एम टेलिंग वो इंद्रा के साथ कनेक्टेड है आप देखेंगे उनके किए हुए काम हमेशा ज्यादातर दूसरों के क्रेडिट लेने वाले होता है इन्होंने कम किया होता है लेकिन क्रेडिट दूसरों से मिल जाता है क्योंकि इससे जो बिल्कुल पिछला सूर्य है वो वरुण है बारिश कौन कराता है सर इंद्रदेव कराते हैं वरुण देव कराते हैं इंद्रदेव क्या जानता है एग्जैक्टली सबको इंद्रदेव पता है लेकिन रियलिटी में वरुण देव बारिश कराते हैं अच्छा यदि समुद्र ही ना सूखे तो बारिश कैसे होगी ये तुसी कैमरे मोरे कह रहे हो सारियां गल्लां यस ऑफ कोर्स यदि समुद्र ही ना सूखे तो बारिश कैसे होगी समुद्र सूखता है उसके बाद बादल बनते हैं उसके बाद बारिश होती है तो जो चौथे सूर्य हैं वो इंद्र हैं जो थर्ड सूर्य हैं अब थर्ड सूर्य कब होते हैं जून में जब सबसे ज्यादा गर्मी होती है जब सबसे ज्यादा समुद्र सूखते हैं तो ये एक भाषा है सर एस्ट्रोलॉजी इज जस्ट अ लैंग्वेज दैट आई नो आई हैव स्टडीड एंड मैनू सही टाइम पे सही गुरु मिले उस वास्ते आप बड़े ब्लेस्ड है और ये सारी जिंदगी की लर्निंग है मैं अपने आप को अभी भी नहीं कहूंगा कि मुझे एस्ट्रोलॉजी आती है मैनू कुछ नहीं आता पर तुसी इन्नियां गल्लां तां कर रहे हो सर ये वही बात आ गई ना ये बनती हुई दीवार है कि ढहा हुआ ताजमहल है हमें नहीं पता अच्छा एक बेसिक सवाल है ਜਦੋਂ ਲੋਕਾਂ ਦਾ ਵਕਤ ਥੋੜਾ ਜਿਹਾ ਖਰਾਬ ਚੱਲਦਾ ਹੈ ਜਾਂ ਫਿਰ ਆਪਾਂ ਕਹਿ ਲਈਏ ਕਿ ਮੈਂ ਜੋ ਚਾਹਨਾ ਉਹ ਚੀਜ਼ਾਂ ਨਹੀਂ ਹੋ ਰਹੀਆਂ ਰਾਈਟ ਯੂਜੂਲੀ ਅੱਜਕੱਲ ਦੀ ਆਮ ਬੋਲਚਾਲ ਦੀ ਭਾਸ਼ਾ 'ਚ ਤੁਰੇ ਫਿਰਦੇ ਕਿਹਾ ਜਾਂਦਾ ਹੋ ਸਕਦਾ ਹੈ ਕਿ ਯਾਰ ਤੇਰਾ ਰਾਹੂ ਖਰਾਬ ਹੋਣਾ ਜਾਂ ਤੇਰਾ ਕੇਤੂ ਖਰਾਬ ਹੋਣਾ ਜਾਂ ਤੇਰੇ ਗ੍ਰਹਿ ਤੇਰੇ ਤੇ ਭਾਰੀ ਹੈ
ਇੱਕ ਬੇਸਿਕ ਰੈਮੇਡੀ ਮੈਂ ਪੁੱਛਣਾ ਚਾਹਾਂ ਕਿ ਬਈ ਜਿਹੜਾ ਬੰਦਾ ਜੋ ਚਾਹੁੰਦਾ ਹੈ ਉਹ ਨਹੀਂ ਹੋ ਰਿਹਾ, ਉਹ ਕਿਵੇਂ ਹੋ ਸਕਦਾ? ਪਹਿਲੀ ਗੱਲ, ਪ੍ਰਕਿਰਤੀ ਜੋ ਚਾਹੁੰਦੀ ਹੈ ਉਹ ਕਰੋ, ਨਾ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਹੋਵੇ। ਓਕੇ, ਜੇ ਤੁਸੀਂ ਜੋ ਚਾਹੁੰਦੇ ਹੋ ਉਹ ਹੋਣ ਬਾਰੇ ਤੁਸੀਂ ਕਰ ਰਹੇ ਹੋ, ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਓਕੇ, ਤੁਸੀਂ ਮੇਰੇ ਕੋਲ ਆ ਜਾਓ ਜੀ, ਮੇਰੀ ਲੋਟਰੀ ਨਹੀਂ ਲੱਗ ਰਹੀ, ਮੈਂ ਨਹੀਂ ਲਵਾ ਸਕਦਾ ਬਾਈ, ਸਿੱਧੀ ਗੱਲ ਹੈ, ਮੈਂ ਨਹੀਂ ਲਵਾ ਸਕਦਾ। ਠੀਕ ਹੈ, ਮੈਂ ਰੱਬ ਨਹੀਂ ਹੈਗਾ, ਤੁਸੀਂ ਪਾਵਰ ਨਹੀਂ ਹੈਗੀ ਮੇਰੇ ਕੋਲ ਕੋਈ, ਮੈਂ ਸਿਰਫ ਇੱਕ ਭਾਸ਼ਾ ਜਾਣਦਾ, ਮੈਂ ਉਹ ਭਾਸ਼ਾ ਨੂੰ ਰੀਡ ਕਰਕੇ ਤੁਹਾਡੇ ਬਾਰੇ ਦੱਸ ਸਕਦਾ, ਤੁਹਾਡੇ ਫਿਊਚਰ ਨੂੰ ਪ੍ਰਿਡਿਕਟ ਕਰ ਸਕਦਾ। ਹੁਣ ਤੁਹਾਡੇ 'ਚ ਕੁਐਸਚਨ ਹੋਏਗਾ, ਫਿਊਚਰ ਨੂੰ ਕਿੱਦਾਂ ਪ੍ਰਿਡਿਕਟ ਕਰ ਸਕਦਾ? ਬਿਲਕੁਲ, ਹੈਨਾ ਸਰ, ਤੁਸੀਂ ਬੀਜ ਦੇਖ ਕੇ ਕਹਿ ਸਕਦੇ ਹੋ ਇਹ ਅੰਬ ਦਾ ਬੀਜ ਹੈ। ਮੈਂ ਨਾ ਤੁਹਾਨੂੰ ਇੱਕ ਬੜੀ ਪਿਆਰੀ ਕਹਾਣੀ ਸੁਣਾਉਣਾ। ਉਹ ਬੀਜ ਕਿੱਦਾਂ ਦੇਖਦੇ ਆਪਾਂ, ਉਹ ਬੀਜ ਕਿੱਦਾਂ ਇਫੈਕਟ ਕਰਦਾ। ਇੱਕ ਤਾਂ ਇਹਨੂੰ ਆਪਾਂ ਥਿਊਰੀ ਇੱਥੇ ਖਤਮ ਕਰਦੇ ਹਾਂ ਕਿ ਹਰ ਕਿਸੇ ਦਾ ਇੱਕ ਬੀਜ ਹੁੰਦਾ। ਇਹਨੂੰ ਮੈਂ ਜੇ ਸਾਇੰਸ ਨਾਲ ਰਿਲੇਟ ਕਰਾਂ, ਉਹਨੂੰ ਤੁਸੀਂ ਜੀਨਸ ਕਹਿ ਦਿੰਦੇ ਹੋ। ਮੋਟਾਪਾ ਤੁਹਾਡੇ ਹੱਥ 'ਚ ਨਹੀਂ ਹੈਗਾ, ਮਤਲਬ ਮੋਟਾਪਾ ਤੁਹਾਡੇ ਹੱਥ 'ਚ ਹੈ, ਕੀ ਤੁਹਾਡੇ ਹੱਥ 'ਚ ਨਹੀਂ ਹੈਗਾ? ਹਾਈਟ ਤੁਹਾਡੇ ਹੱਥ 'ਚ ਨਹੀਂ ਹੈਗੀ। ਮੋਟਾਪਾ ਤੁਹਾਡੇ ਹੱਥ 'ਚ ਹੈ, ਹਾਈਟ ਤੁਹਾਡੇ ਹੱਥ 'ਚ ਨਹੀਂ ਹੈਗੀ। ਤੁਹਾਡੇ ਜੀਨਸ 'ਚ ਲਿਖਿਆ ਹੋਇਆ ਹੈ ਕਿ ਇਹ ਬੰਦਾ ਇੰਨੀ ਹਾਈਟ ਹੋਏਗੀ, ਇਹਦੇ ਬਾਲ ਇੰਨੇ ਉਮਰ 'ਚ ਆ ਕੇ ਗ੍ਰੇ ਹੋ ਜਾਣਗੇ, ਇਹਦੇ ਇੰਨੇ ਬੱਚੇ ਕਰਨ ਦੀ ਕੈਪੈਸਿਟੀ ਹੈ। ਠੀਕ ਹੈ, ਇਹਦੀ ਲਾਈਫ ਦੇ ਵਿੱਚ ਇਹਦੇ 'ਚ ਇੰਨਾ ਬ੍ਰੇਨ ਲੈਵਲ ਹੋਏਗਾ, ਇੰਨੀ ਇਹਦੀ ਹਾਰਟ ਦੀ ਪਾਵਰ ਹੋਏਗੀ, ਔਰ ਇੰਨੀ ਕਿ ਇਹਦੀ ਉਮਰ ਐਸਟੀਮੇਟਡ ਹੋਏਗੀ। ਇਹ ਸਾਇੰਸ ਦੱਸ ਸਕਦੀ ਹੈ ਇਸ ਗੱਲ ਨੂੰ। ਜੇ ਤੁਹਾਡੇ ਜੀਨਸ ਨੂੰ ਪ੍ਰੋਪਰ ਸਟੱਡੀ ਕਰ ਲਿੱਤਾ ਜਾਵੇ, ਉਹਨੂੰ ਡੀਕੋਡ ਕਰ ਲਿੱਤਾ ਜਾਵੇ, ਤੇ एवरीथिंग इज रिटन देयर। अच्छा, राइट? इसी तरह से इन दैट पर्टिकुलर चार्ट एवरीथिंग इज रिटन देयर। व्हाट हैपेंस इज, एक ना एक्सपेरिमेंट हुआ था। एक मुर्गी थी, उसने अंडा दिया, अंडे में से चूजा निकलने वाला था। अभी वो चूजा निकला नहीं, उन्होंने वहां से मुर्गी को हटा के उसकी जगह एक गुब्बारा रख दिया। अच्छा, वो चूजा निकला, उसने पहली चीज क्या देखी? उसने पहली चीज गुब्बारा देखी। उसने मां नहीं देखी, गुब्बारा देखा। उसने गुब्बारा देखा, जो पहली चीज थी। अब हुआ क्या, एक्सपेरिमेंट है, आप सर्च करना, चिक विद अ बैलून एक्सपेरिमेंट। तो उस बच्चे ने उस गुब्बारे से लाड लड़ाया, उस गुब्बारे से खाने की डिमांड की, अपना सब कुछ जैसे जैसे जहां जहां गुब्बारा जाता था वो उसको वैसे वैसे फॉलो करता था। मुर्गी को फॉलो नहीं करता था, उसको पता ही नहीं वो उसकी मां है। क्यों, क्या हुआ? पहली चीज हुई क्या, जैसे ही वो पैदा हुआ वो फोटो क्लिक हो गई। जैसे ही वो पैदा हुआ, वो पहली जो फोटो आई उसके दिमाग में वो बैलून था। ਐਸੇ ਤਰ੍ਹਾਂ ਨਾਲ ਜਦੋਂ ਅਸੀਂ ਪੈਦਾ ਹੁੰਨੇ ਆ, ਜਿਹੜਾ ਪਹਿਲਾ ਪੈਟਰਨ ਸਕਾਈ ਦੇ ਵਿੱਚ ਹੁੰਦਾ ਹੈ ਉਹ ਕੈਪਚਰ ਹੋ ਜਾਂਦਾ ਹੈ। ਉਹ ਸਾਰੀ ਜ਼ਿੰਦਗੀ ਸਾਡੇ ਨਾਲ ਰਹੇਗਾ। ਤਾਂ ਹੀ ਆਪਾਂ ਸਰ ਟਾਈਮ ਆਫ ਬਰਥ ਲੈਂਦੇ ਆ। ਆਪਾਂ ਟਾਈਮ ਆਫ ਮੈਰਿਜ ਕਿਉਂ ਨਹੀਂ ਲੈਂਦੇ? ਜੇ ਬੰਦੇ ਨੇ ਕਿਸੇ ਨੇ ਮੈਰਿਜ ਬਾਰੇ ਪੁੱਛਣਾ ਤੇ ਸਾਨੂੰ ਤਾਂ ਟਾਈਮ ਆਫ ਮੈਰਿਜ ਲੈਣਾ ਚਾਹੀਦਾ। ਸਹੀ ਗੱਲ ਹੈ, ਪਰ ਅਸੀਂ ਟਾਈਮ ਆਫ ਬਰਥ ਲੈਂਦੇ ਕਿਉਂਕਿ ਉਹ ਪਹਿਲੀ ਫੋਟੋ ਜਿਹੜੀ ਤੁਹਾਡੇ ਬ੍ਰੇਨ 'ਚ ਕਲਿੱਕ ਹੋ ਗਈ ਹੈ, ਉਹ ਸਾਰੀ ਉਮਰ ਤੁਹਾਨੂੰ ਇਫੈਕਟ ਕਰੇਗੀ। चाहे तुसी जिन्ना मर्जी डिनाई कर लो, लोग डिनाई करते हैं। आप अभी कह दो मैं एस्ट्रोलॉजी में बिलीव नहीं करता, ऐसे तो सर लोग हैं जो फ्लैट अर्थ में बिलीव करते हैं, वो कहते हैं अर्थ गोल ही नहीं है। सही गल। कुछ लोग तो कहते हैं हम ऑक्सीजन में बिलीव नहीं करते। लेकिन इसका ये मतलब थोड़ी है कि उनका लंग्स जो है वो ऑक्सीजन और कार्बन डाइऑक्साइड अलग नहीं कर रही। कर तो रहे हैं, चीजें आपको इफेक्ट कर रही हैं, आप मानो या ना मानो। अच्छा, एक सवाल है, एस्ट्रोलॉजी ਜਾਂ ज्योतिषी ਜਾਂ ਨਿਊਮਰੋਲੋਜੀ, ਇਹ ਕਿੰਨਾ ਕੁ ਡਿਫਰੈਂਸ਼ੀਏਟ ਹੈ? ਸਭ ਤੋਂ ਪਹਿਲਾਂ ਨਿਊਮਰੋਲੋਜੀ ਦੀ ਮੈਂ ਗੱਲ ਕਰਦਾ। ਸਰ ਪਹਿਲੀ ਗੱਲ, सॉरी टू ऑल द न्यूमरोलॉजिस्ट्स आउट देयर, वो गलत नहीं है, वो सही है। कोई भी बंदा गलत नहीं ਹੁੰਦਾ, ਬਸ ਉਹਦਾ ਤਰੀਕਾ ਅਲੱਗ ਹੁੰਦਾ। ਪਰ ਮੈਂ ਉਹਨਾਂ ਨੂੰ ਇੱਕ ਗੱਲ ਪੁੱਛੂੰਗਾ ਕਿ ਅਸੀਂ we belong to सनातन, right? Of course we belong to the Vedic culture। सर ये तो वैदिक डेट्स ही नहीं है जो आप ले रहे हो। आपका बर्थडे कब होता है? 8 अक्टूबर। हाँ, ਹੁਣ ਇਹ ਤੁਹਾਨੂੰ 8 ਦੇ ਹਿਸਾਬ ਨਾਲ ਤੁਹਾਨੂੰ ਦੱਸ ਦੇਣਗੇ ਕਿ 8 ਨੰਬਰ ਇਹ ਪਲੈਨਟ ਦਾ ਹੈ ਤੇ 8 ਨੰਬਰ ਬਾਰੇ ਆ ਚੀਜ਼ਾਂ ਹੈ। मैं किसी को जाऊंगा पूछन, मैं कहूंगा मेरा 8 अक्टूबर बर्थडे होता है। ठीक है, फिर वो 8 + 10 करेंगे, फिर जो भी आपका ईयर ऑफ बर्थ है उसको भी प्लस करेंगे, वो आपका दूसरा जो है नंबर बना देंगे। लेकिन क्या आप कृष्ण जी के बर्थडे के साथ न्यूमरोलॉजी निकाल सकते हो? क्या आप राम जी के बर्थडे के साथ न्यूमरोलॉजी निकाल सकते हो? उनका तो बर्थडे हर साल अलग डेट को आता है। क्यों आता है? क्योंकि हम तिथियों पर चलते हैं। ठीक है, हमारी जो वैदिक साइंस है वो तिथियों पर चलती है। ये न्यूमरोलॉजी तो आफ्टर क्राइस्ट बिफोर क्राइस्ट वाले जो नंबर्स हैं उन पर चल रही है ना। क्रिसमस हर साल एक ही डेट को आती है, बिकॉज वी आर यूजिंग द वेस्टर्न कल्चर, वी आर यूजिंग द वेस्टर्न डेट्स, बट इन रियलिटी वी आर यूजिंग द विक्रम संवत, राइट? न्यूमरोलॉजी होती है, एग्जिस्ट करती है। आप एक एक्सपेरिमेंट करना, आप लोग खुद करना, एक न्यूमरोलॉजी का करना, एक होरोस्कोप का करना।
ਅੱਛਾ खुद करना, बड़ा मजेदार एक्सपेरिमेंट है, हमने किया बड़े लोगों के साथ, आप भी करना। ਦੱਸੋ ਕਿਵੇਂ ਕਰਨਾ। ਤੁਸੀਂ ਨਾ ਇੱਕ 8 ਨੰਬਰ ਦੇ ਟ੍ਰੇਟਸ ਲਿਖ ਲਿਓ ਠੀਕ ਹੈ। ਕਿ 8 ਨੰਬਰ ਬਾਰੇ 10 ਗੱਲਾਂ ਲਿਖ ਲਈਆਂ ਤੁਸੀਂ। ਹੂੰ ਦੂਜੇ ਪਾਸੇ ਤੁਸੀਂ ਕੋਈ ਵੀ ਨੰਬਰ 3 ਨੰਬਰ 4 ਨੰਬਰ 5 ਨੰਬਰ ਬਾਰੇ ਤੁਸੀਂ ਦੂਜੇ ਪਾਸੇ ਟ੍ਰੇਟ ਲਿਖ ਲਓ। ਹੁਣ ਤੁਹਾਡਾ 8 ਨੰਬਰ ਹੈ, ਹੂੰ ਤੁਹਾਨੂੰ ਫੜਾਓ 4 ਨੰਬਰ ਵਾਲੇ ਟ੍ਰੇਟ, ਮੈਨੂੰ ਫੜਾਓ 8 ਨੰਬਰ ਵਾਲੇ ਟ੍ਰੇਟ, ਹੂੰ ਤੁਸੀਂ ਕਿਤੇ ਨਾ ਕਿਤੇ ਰਿਲੇਟ ਕਰ ਲਓਗੇ, ਤੁਸੀਂ ਕਹੋਗੇ ਹਾਂ ਇਦਾਂ ਹੀ ਹੈ। ਇਹ ਕਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ, ਚਲੋ ਹੂੰ, ਮੈਂ ਤੁਹਾਨੂੰ 2 ਟ੍ਰੇਟਸ ਤੁਹਾਡੇ ਬਾਰੇ ਦੱਸਦਾ। ਨੰਬਰ 1, ਤੁਸੀਂ ਹਮੇਸ਼ਾ ਦੂਜੇ ਦੀ ਮਦਦ ਕਰ ਦਿੰਦੇ ਹੋ, ਤੁਸੀਂ ਬੜੇ ਇਮੋਸ਼ਨਲ ਬੰਦੇ ਹੋ। ਹੂੰ ਇਹ ਕੈਮਰੇ ਮੂਹਰੇ ਆਪਾਂ ਦੱਸ ਨਹੀਂ, ਇਹ ਰਾਈਟ ਹੈ ਕਿ ਨਹੀਂ ਹੈ? ਇਹ ਰਾਈਟ ਹੈ ਕਿ ਨਹੀਂ ਹੈ? ਰਾਈਟ ਹੈ। ਹਾਂ, ਇਹ 8 ਨੰਬਰ ਦਾ ਟ੍ਰੇਟ ਹੀ ਨਹੀਂ ਹੈਗਾ, ਇਹ ਤਾਂ 4 ਨੰਬਰ ਦਾ ਟ੍ਰੇਟ ਹੈ। ਅੱਛਾ ਇਹ 2 ਨੰਬਰ ਦਾ ਟ੍ਰੇਟ ਹੈ। ਪਰ ਹੁੰਦਾ ਕੀ ਹੈ, ਅਸੀਂ ਆਟੋਮੈਟਿਕਲੀ ਉਸ ਚੀਜ਼ ਨਾਲ ਕਨੈਕਟ ਕਰ ਲੈਂਦੇ, ਸਾਡੀ ਹਿਊਮਨ ਸਾਈਕੋਲੋਜੀ ਹੈ। 8 ਅਕਤੂਬਰ ਤੁਸੀਂ ਯੂਜ਼ ਕੀਤਾ, ਤੁਸੀਂ ਹੂੰ। ਕਿਤੇ ਨਾ ਕਿਤੇ ਲਿਬਰਾ ਦੇ ਨਾਲ ਕਨੈਕਟਡ ਹੋ ਜਾਂ ਵਰਗੋ ਦੇ ਨਾਲ ਕਨੈਕਟਡ ਹੋ, ਹੈਨਾ। ਹਾਂ ਰਾਈਟ। ਹੁਣ ਚਲੋ ਉਹਨੂੰ ਵੀ ਆਪਾਂ ਛੱਡ ਦਿੰਨੇ ਆ। ਮੈਂ ਤੁਹਾਨੂੰ 2 ਟ੍ਰੇਟ ਹੋਰ ਦੱਸਦਾ। ਨੰਬਰ 1, ਤੁਸੀਂ ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖ ਕੇ ਚੱਲਦੇ ਹੋ, ਮੀ ਫਸਟ। ਹੂੰ ਜੇ ਮੇਰਾ ਫਾਇਦਾ ਹੋਏਗਾ ਤਾਂ ਮੈਂ ਜਾਊਂਗਾ, ਨਹੀਂ ਤਾਂ ਨਹੀਂ ਜਾਊਂਗਾ। इज इट राइट? ये एरीज दा ट्रेट है, ਤੁਹਾਡਾ ट्रेट ही नहीं हैगा। ओह ठीक है, तो ये करके देखो, आप एक्सपेरिमेंट करके देखो। आप लोगों को मैं कहूंगा डू दिस एक्सपेरिमेंट। एरीज वाले बंदे को स्कॉर्पियो के ट्रेट्स बताओ, स्कॉर्पियो वाले बंदे को एरीज के ट्रेट बताओ, 80% वो कहेगा सही है। ਨਹੀਂ ਇਹਦਾ ਮਤਲਬ ਜੋ ਸੋਸਾਇਟੀ ਚ ਹੋ ਰਿਹਾ ਆਪਾਂ ਉਹਦੇ ਨਾਲ ਸਾਈਕੋਲੋਜੀਕਲੀ ਪਲੇ ਕਰ ਰਹੇ तो साइकोलॉजिकली प्ले कर रहे हैं सर, 99.9% लोग साइकोलॉजिकली प्ले कर रहे हैं। हैं। मैं तो आपको, मैं खुली बात कर रहा हूं कि आप करके देखो। मैंने अभी अभी आपके साथ किया, मैंने आपको 2 नंबर के ट्रेड बताया, वो 8 नंबर का ट्रेड ही नहीं है। आपने कहा हाँ बिल्कुल ऐसे ही है। तो करके ਕਲਰ देखो। ਨਹੀਂ ਹੁਣ ਇੱਕ ਚਲੋ ਹੁਣ ਤੇ ਗੱਲ ਛੇੜੀ ਹੈ, ਇੱਕ ਕਲਰ ਰੈਮੇਡੀ ਵੀ ਕਿਤੇ ਨਾ ਕਿਤੇ ਜੁੜਦੀ ਹੈ सर ਨਾਲ। वही आ गया ना, एक चीज का दूसरी चीज पर प्रभाव। हर कलर की एक फ्रीक्वेंसी होती है। हम्म मैंने ब्लैक पहनना है, इसकी एक हम्म। फ्रीक्वेंसी है, आपने ब्लू पहनना है, इसकी एक फ्रीक्वेंसी है। हम्म ब्लैक कलर एनर्जीज एब्जॉर्ब कर लेता है, व्हाइट कलर कम से कम एनर्जीज एब्जॉर्ब करता है। ਹੁਣ ਤੁਸੀਂ ਦੇਖੋ ਸਾਡੀ ਸਰ प्रकृति, ਅਸੀਂ ਜਿਹੜੇ खास तौर पे हमारा जो इंडियन कल्चर है हम्म वो हर चीज च एस्ट्रोलॉजी है। हम्म ਅਸੀਂ ਸ਼ਮਸ਼ਾਨ ਘਾਟ ਵਾਈਟ ਪਾ ਕੇ ਜਾਂਦੇ ਆ, हम्म ਕਿਉਂ ਜਾਂਦੇ ਆ? ਤਾਂ ਕਿ ਕੋਈ એનર્ਜੀ ਸਾਡੇ ਚ ਇਕੱਠੀਆਂ ਨਾ ਹੋਣ, ਉੱਥੇ ਦੀਆਂ એનર્ਜੀਆਂ ਸਾਨੂੰ ਨਹੀਂ ਚਾਹੀਦੀਆਂ, हम्म वो एनर्जी ਸਾਡੇ ਚ ਇਕੱਠੀ ਨਾ ਹੋਏ, ਉਹ ਕਲਰ है। ਇਹ ਹੁੰਦਾ ਉਦਾਂ। सर ऑफ कोर्स, ये मैं नहीं, ये इसका एस्ट्रोलॉजी से लेना देना नहीं, साइंस है। कोई भी कलर आप पहनते हो उसका इफेक्ट आप पर आता है, अलग अलग तरह की एनर्जीज एब्जॉर्ब करता है कलर। रेड कलर ਜਿਹੜਾ ਵੈ ਉਹ ਐਗਰੈਸ਼ਨ ਨੂੰ ਆਟੋਮੈਟਿਕਲੀ ਵਧਾਉਂਦਾ ਹੈ, ਠੀਕ ਹੈ। ਵਾਈਟ ਕਲਰ ਤੁਹਾਨੂੰ ਆਟੋਮੈਟਿਕਲੀ ਕਾਮ ਕਰਦਾ ਹੈ। ਬਲੈਕ ਕਲਰ ਤੁਹਾਨੂੰ ਹੋਰ ਚੀਜ਼ਾਂ ਸੀਖ ਕਰਨ ਦੇ ਲਈ ਹੈਲਪ ਕਰਦਾ ਹੈ, ਜਿੱਥੇ ਦੀਆਂ ਤੁਹਾਨੂੰ એનર્जीज ਚਾਹੀਦੀਆਂ ਵੈ। तो मैं वही पुराने कल्चर की बात कर रहा था, ये भी सर ऑब्जर्व ही कर रहा है। तो मैं बताता हूँ, पुराना सर अपना ਜਿਹੜਾ ਇੰਡੀਅਨ ਕਲਚਰ ਹੈ ਨਾ, ਉਹ ਪੂਰਾ ਐਸਟ੍ਰੋਲੋਜੀ ਤੇ ਬੇਸਡ ਹੈ। ਲੋਕ ਜੁੱਤੀਆਂ ਘਰ ਦੇ ਬਾਹਰ ਲਾਉਂਦੇ ਸੀ, ਸਿਰ ਢੱਕ ਕੇ ਰੱਖਦੇ ਸੀ, ਨਾਲੇ ਵਾਲਾ ਪਜਾਮਾ ਪਾਉਂਦੇ ਸੀ, ਘਰ ਆਏ ਬੰਦੇ ਨੂੰ ਦੁੱਧ ਪਿਲਾਉਂਦੇ ਸੀ। ਅੱਜ ਕੱਲ ਅਸੀਂ ਕੀ ਕੋਲਡ ਡਰਿੰਕਾਂ ਪਿਲਾਉਣ ਲੱਗੇ ਹੋਏ ਆ ਨਾ, ਕਿਉਂ ਪਿਲਾਉਂਦੇ ਸੀ? ਕਿਉਂ ਸਿਰ ਢੱਕ ਕੇ ਰੱਖਦੇ ਸੀ? ਕਿਉਂ ਨਾਲੇ ਵਾਲਾ ਪਜਾਮਾ ਪਾਉਂਦੇ ਸੀ? ਕਿਉਂ ਚੱਪਲਾਂ ਬਾਹਰ ਰਹਿੰਦੀਆਂ ਸੀਗੀਆਂ? ਜ਼ਮੀਨ ਤੇ ਬਹਿ ਕੇ ਰੋਟੀ ਖਾਂਦੇ ਸੀ। क्यों? जब किसी की लड़की की शादी करनी होती थी ना, तो लड़की वाले जब जाते थे लड़के वाले का घर देखने, तो पहली चीज देखते थे इसके घर में कहीं लीकेज तो नहीं हो रही, कहीं सैलाबा तो नहीं आया हुआ, किते पानी वेस्ट तो नहीं हो रहा, किते नलके दे आस-पास पानी इकट्ठा तो नहीं होया होया। क्यों देखदे सी? क्योंकि उन्होंने पता लग जांदा सी जे आ सब कुछ हो रहा है ते चंद्रमा घर च खराब है, और जेड़े घर च चंद्रमा खराब है वो घर सुखी घर नहीं हो सकता। तो आप कुछ ना करो सर, आप सिर्फ अपनी पुरानी लाइफ को, पुरानी संस्कृति को फॉलो करना स्टार्ट कर दो, आपकी लाइफ सही हो जाएगी। जिसचों पहली चीज मैं ਤੁਹਾਨੂੰ ਕਰਨ ਨੂੰ रिकमेंड करूंगा, अपना बर्थडे सही डेट को बनाना शुरू करो। वो किਵੇਂ पता लगेगा? सर आपका जिस मास की जिस तिथि को जन्म हुआ है, अगर आपका कार्तिक मास की तृतीया को, शुक्ल पक्ष की तृतीया को जन्म हुआ है, तो आप कार्तिक मास की शुक्ल पक्ष की तृतीया को बर्थडे मनाओ। That's why we are here, that's why पंचांग exists। आपको पता होना चाहिए कि आपका ट्रू बर्थडे किस डेट को आ रहा है, और हर साल अलग डेट को आएगा। अच्छा, हर साल अलग डेट को आएगा। जैसे कृष्ण अष्टमी हर साल अलग डेट को आती है, रामनवमी हर साल अलग डेट को आती है, दिवाली हर साल अलग डेट को आती है, इसी तरह से आपका बर्थडे भी हर साल अलग डेट को आता है। ਜਿਹੜਾ ਕਿ ਆਪਾਂ ਆਮ ਤੌਰ ਤੇ ਨਹੀਂ ਜਾਣਦੇ, ਨਹੀਂ ਮਨਾਉਂਦੇ, ਆਪਾਂ ਮਨਾਉਂਦੇ ਨਹੀਂ। ਅਸੀਂ ਗਲਤੀ ਕੀ ਕਰ ਰਹੇ ਸੀ? ਫਿਰ ਉਹੀ ਵੈਸਟਰਨ ਕਲਚਰ ਦੇ ਵਿੱਚ ਪੈ ਗਏ। ਅਸੀਂ ਤਾਂ ਆਫਟਰ ਕ੍ਰਾਈਸਟ ਬਿਫੋਰ ਕ੍ਰਾਈਸਟ ਵਾਲਾ ਕੈਲੰਡਰ ਫੋਲੋ ਕਰਨ ਲੱਗ ਪਏ। ਵੀ ਆਰ ਨਾਟ ਲਿਵਿੰਗ ਇਨ 2024। ਤੁਸੀਂ ਅੱਖਾਂ खोलियां आज। अरे सर हम लोगों को ना, मेरा पर्पस था एस्ट्रोलॉजी में आने का, हाँ। मेरी प्रकृति जेडी अलाउ कर दी है ना मैनू,
ਨਹੀਂ ਤਾਂ ਸਰ ਮੈਂ ਯੰਗਸਟਰ ਕੌਣ ਬਿਲੀਵ ਕਰਦਾ ਸਰ ਅੱਜ ਮੈਂ ਨਹੀਂ ਬਿਲੀਵ ਕਰਦਾ ਯਾਰ ਹੂੰ। ਤੁਸੀਂ ਮੈਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਬੰਦਾ ਐਸਟ੍ਰੋਲੋਜੀ 'ਚ ਬਿਲੀਵ ਕਰਦਾ ਹੋ ਅੱਛਾ, ਸਕਦਾ ਬਹੁਤੇ ਲੋਕ ਮੈਨੂੰ ਲੱਗਦਾ ਦੇਖਣ ਵਾਲੇ ਹੁਣ ਜਾਣਨਾ ਵੀ ਚਾਹੁੰਦੇ ਹੋਣਗੇ, ਤੁਸੀਂ ਇੰਨੀਆਂ ਗੱਲਾਂ ਤਾਂ ਵੱਡੀਆਂ ਵੱਡੀਆਂ ਕਰ ਦਿੱਤੀਆਂ। ਉਮਰ ਕਿੰਨੀ ਹੈ ਤੁਹਾਡੀ? ਚਲੋ ਏਜ ਇਜ਼ ਜਸਟ ਅ ਨੰਬਰ ਮੇਰੇ ਕੋ ਗੁਰੂ ਸਹੀ ਉਮਰ में मिल गए ਹੂੰ। ਹੁਣ ਜੇ ਤੁਸੀਂ ਏਜ ਰਿਵੀਲ ਕਰਾਣੀ ਹੈ ਤੇ ਕਰਾ ਦਿਓ ਚਲੋ ਆਮ 24 ਅੱਛਾ। ਬਟ ਯਾ ਆਈ ਸਟਾਰਟਡ ਐਸਟ੍ਰੋਲੋਜੀ व्हेन आई वाज 14 ਸੋ ਇਟਸ ਬੀਨ 10 ਇਅਰਸ ਹੂੰ। ਮੈਂ ਐਸਟ੍ਰੋਲੋਜੀ 10 ਸਾਲ ਤੋਂ ਕਰ ਰਿਹਾ ਹੂੰ। ਔਰ ਰਾਈਟ ਗੁਰੂ ਮਿਲਣ ਕਰਕੇ ਹੀ ਅਸੀਂ ਕੁਝ ਚੀਜ਼ਾਂ ਸਿੱਖ ਹੂੰ। ਪਾਏ ਹਾਂ ਅਗਲੇ ਸੈਸ਼ਨ 'ਚ ਆਪਾਂ ਪਲੈਨਟਸ ਬਾਰੇ ਵੀ ਗੱਲ ਕਰਾਂਗੇ, ਲੇਕਿਨ ਮੈਂ ਇਹ ਚਾਹੂੰਗਾ ਤੁਹਾਡਾ ਇੱਕ ਸਵਾਲ ਰਹਿ ਗਿਆ ਮੈਂ ਪਹਿਲੇ ਉਹਦਾ ਜਵਾਬ ਦੇਣਾ ਚਾਹੁੰਦਾ ਹੂੰ। ਉਹ ਆਡੀਅנס ਨੇ ਕਹਿਣਾ ਸ਼ਾਇਦ ਇਹਨੂੰ ਆਂਦਾ ਹੀ ਨਹੀਂ ਇਹਨੇ ਦੱਸਿਆ ਨਹੀਂ ਹੂੰ। ਉਹ ਤੁਸੀਂ ਪੁੱਛਿਆ ਸੀਗਾ ਮੁੰਦਰੀਆਂ ਪਾਏ ਦਾ ਹੂੰ। ਮੇਰੇ ਹੱਥ 'ਚ ਹਾਲਾਂਕਿ ਕੋਈ ਨਹੀਂ ਹੈ, ਲੋੜ भी नहीं है मेरी भी उतरवा दो मुझे कोई फर्क नहीं पड़ रहा ठीक है ਪਰ ਨਹੀਂ ਇਹਦਾ ਮਕਸਦ ਕੀ ਹੈ? मकसद वही है ਕਿਵੇਂ ਕੰਮ हाँ, ਕਰਦੀਆਂ? वही मैंने बोला कि आपका एनवायरनमेंट जिस तरह से आपको इफेक्ट करता है ਹੂੰ। ये आपका एनवायरनमेंट बन जाती है ਹੂੰ। ਹੁਣ ਲੋਹੇ ਦਾ ਕੜਾ ਪਾਉਂਦੇ ਆ ਹੂੰ। ਸੋਨੇ ਦਾ ਕੜਾ ਪਾਉਂਦੇ ਆ ਚਾਂਦੀ ਦਾ ਕੜਾ ਪਾਉਂਦੇ ਆ ਹੂੰ। ਸਰ ਇਹ ਸਾਰੇ ਐਲੀਮੈਂਟ ਤੁਹਾਡੀ ਬਾਡੀ 'ਚ ਹੈਗੇ ਆ ਹੂੰ। ਤੁਹਾਡੀ ਬਾਡੀ 'ਚ ਆਇਰਨ ਵੀ ਹੈ ਤੁਹਾਡੀ ਬਾਡੀ ਦੇ ਵਿੱਚ ਕੀ ਕਹਿੰਦੇ ਆ 골ਡ ਵੀ ਹੈ ਤੁਹਾਡੀ ਮੈਗਨੀਸ਼ੀਅਮ ਵੀ ਹੈ ਹੂੰ। ਸਿਲਵਰ ਵੀ ਹੈ ਸਾਰੇ ਐਲੀਮੈਂਟ ਤੁਹਾਡੀ ਬਾਡੀ 'ਚ ਪਾਏ ਜਾਂਦੇ ਹੂੰ। ਜਿਹੜੀ ਚੀਜ਼ ਦੀ ਕਮੀ ਹੈ ਉਹ ਪਾ ਲਓ ਹੂੰ। ਜੇ ਕਿਸੇ ਦਾ ਸੂਰਜ ਨਹੀਂ ਬਹੁਤ ਵਧੀਆ ਰਿਜ਼ਲਟ ਦੇ ਰਿਹਾ ਜਾਂ ਉਹਨੂੰ ਸੂਰਜ ਦੀ ਪਾਵਰ ਥੋੜੀ ਜ਼ਿਆਦਾ ਚਾਹੀਦੀ ਹੈ ਹੂੰ। रूबी पा लो ओके। क्या नुकसान है हम्म। ठीक है आप उस एलिमेंट को अपने पास रखना शुरू कर दो उसका इफेक्ट आ जाएगा जस्ट लाइक यू टेक सप्लीमेंट्स ਤੁਸੀਂ ਟੈਸਟ ਕਰਾਉਂਦੇ ਹੋ ਤੁਹਾਡਾ ਪ੍ਰੋਟੀਨ ਘੱਟ ਆਂਦਾ ਡਾਕਟਰ ਪ੍ਰੋਟੀਨ ਲਿਖ ਦਿੰਦਾ ਕਿ ਯਾਰ ਥੋੜੇ ਦਿਨ ਪ੍ਰੋਟੀਨ ਲੈ ਲਓ ਠੀਕ ਹੋ ਜਾਏਗਾ ਹਾਂ ਪਰ ਜੇ ਤੁਸੀਂ ਅੰਧ ਵਿਸ਼ਵਾਸ ਕਰਕੇ ਉਦਾਂ ਤੁਸੀਂ ਚੀਜ਼ ਪਾ ਰਹੇ ਹੋ ਕਿ ਪਤਾ ਨਹੀਂ ਇਹ ਪਾਣ ਨਾਲ ਮੇਰੀ ਜ਼ਿੰਦਗੀ ਬਦਲ ਜਾਏਗੀ no that's not how it works but still the right connection with the right person can change your life ਕੀ ਬਾਤ ਹੈ ਬੜਾ ਚੰਗਾ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਔਰ ਦੇਖਣ ਵਾਲਿਆਂ ਨੂੰ ਸਵਾਲਾਂ ਦੇ ਜਵਾਬ ਮਿਲੇ ਹੋਣਗੇ ਔਰ ਜਾਂਦੇ ਜਾਂਦੇ ਕੋਈ ਇੱਕ ਜੈਨਰਿਕ ਟਿਪ ਜੋ ਤੁਸੀਂ ਤੁਹਾਨੂੰ ਲੱਗਦਾ ਕਿ ਦੇਣੀ ਚਾਹੀਦੀ ਹੈ ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ ਦੇਖੋ ਅੱਜ ਦਾ ਜਿਹੜਾ ਯੁੱਗ ਹੈ ਨਾ ਇਹ ਰਾਹੂ ਦਾ ਯੁੱਗ ਹੈ राहु बलवान करो लोग राहु से डरते हैं राहु डरने वाला प्लेनेट नहीं है राहु से बढ़िया कोई प्लेनेट नहीं है अगर मैं बहुत सारे एस्ट्रोलॉजर्स इस वीडियो को देख रहे होंगे उनको लगता है या लगता भी है सही भी है कि वेल्थ कारका इज वीनस एंड जुपिटर जेड़ा अल्टीमेट वेल्थ कारका है जुपिटर है जेड़ा उदा सानू लग्जरीज दिंदा है वो शुक्र है पर राहु तो वड्डी लग्जरीज कोई नहीं दे सकता जिन्ने समुंदर किनारे घर है सारे राहु दे है सारे बिलियनियर्स दे है ठीक है अगर आपके पास 5 मर्सिडीज हैं वो शुक्र है अगर आपके पास 5 रोल्स रॉयस हैं वो राहु है राहु को इंप्रूव करो आज की लाइफ में राहु से डरने की जरूरत नहीं है राहु नु अपनी टीम च रखो कि ये बंदा मेरी टीम च है और फिर देखो आपकी लाइफ कैसे चेंज होगी रेमेडी हम किसी और वीडियो में डिस्कस करेंगे कि इन्हों हुन अपनी टीम च करना कितना है बहुत बहुत शुक्रिया बड़ा चंगा लगे गल करके थैंक यू सो मच और अगले सैशन च होर गलबात भी करांगे अनमोल कपूर दे नाल सैलेब्रिटी एस्ट्रोलॉजर ਤੇ ਤੁਹਾਨੂੰ ਇਹ ਵੀਡੀਓ ਕਿਹੋ ਜਿਹਾ ਲੱਗਿਆ ਜੇ ਤੁਹਾਡੇ ਜ਼ਹਿਨ 'ਚ ਵੀ ਕੋਈ ਸਵਾਲ ਨੇ ਤੁਸੀਂ DM ਕਰ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ